ਡੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ ਕੂਪ ਭਰਿਓ ਜੈਸੇ ਦਾਦਰਾ। ਕਛ ਦੇਸ਼ ਬਦੇਸ਼ ਨ ਬੂਝੈ। ਐਸੇ ਮੇਰਾ ਮਨ ਵਿਖਿਆ ਬਿਮੋਹਿਆ। ਕਛ ਆਰਹ ਪਾਰ ਨ ਸੂਝੈ। ਐਸੇ ਮੇਰਾ ਮਨ ਵਿਖਿਆ ਬਿਮੋਹਿਆ। ਕਛ ਆਰਾ ਪਾਰ ਨ ਸੂਝੈ। ਸਗਲ ਭਵਨ ਕੇ ਨਾਇਕਾ। ਇਕ ਚਿਨ ਦਰਸ ਦਿਖਾਏ ਜੀ। ਸਗਲ ਭਵਨ ਕੇ ਨਾਇਕਾ। ਇਕ ਚਿਨ ਦਰਸ ਦਿਖਾਏ ਜੀ। ਸਗਲ ਗੁਣਾ ਕੇ ਦਾਤੇ ਸੁਆਮੀ। ਸਗਲ ਗੁਣਾ ਕੇ ਦਾਤੇ ਸੁਆਮੀ। ਬਿਨੋ ਸੁਣੋ ਇਕ ਦੀਨਾ। ਦੇਹੋ ਦਰਸ ਨਾਨਕ ਬਲਿਹਾਰੀ। ਜੀਅੜਾ ਬਲ ਬਲ ਕੀਨਾ। ਦੇਹੋ ਦਰਸ ਨਾਨਕ ਬਲਿਹਾਰੀ। ਜੀਅੜਾ ਬਲ ਬਲ ਕੀਨਾ। ਬਹੁਤ ਜਨਮ ਵਿਛਰੇ ਤੇ ਮਾਧੋ। ਇਹ ਜਨਮ ਤੁਮਹਾਰੇ ਲਿਖੇ। ਕਹਿ ਰਵਿਦਾਸ ਆਸ ਲਗ ਜੀਵੋ। ਚਿਰ ਪਇਓ ਦਰਸ਼ਨ ਦੇਖੇ। ਕਹਿ ਰਵਿਦਾਸ ਆਸ ਲਗ ਜੀਵੋ। ਚਿਰ ਪਇਓ ਦਰਸ਼ਨ ਦੇਖੇ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ। ਨਾਮ ਜਪੰਦੜੀ ਲਾਲੀ। ਪੰਧ ਜੁਲੰਦੜੀ ਮੇਰਾ ਅੰਦਰ ਠੰਡਾ। ਗੁਰ ਦਰਸ਼ਨ ਦੇਖ ਨਿਹਾਲੀ। ਪੰਧ ਜੁਲੰਦੜੀ ਮੇਰਾ ਅੰਦਰ ਠੰਡਾ। ਗੁਰ ਦਰਸ਼ਨ ਦੇਖ ਨਿਹਾਲੀ। ਕਵਨ ਵਡਾਈ ਕਹਿ ਸਕੂੰ ਬੇਅੰਤ ਗੁਣੀਤਾ। ਕਰ ਕਿਰਪਾ ਮੋਹਿ ਨਾਮ ਦੇਹੋ। ਨਾਨਕ ਦਰਸ ਰੀਤਾ। ਕਰ ਕਿਰਪਾ ਮੋਹਿ ਨਾਮ ਦੇਹੋ। ਨਾਨਕ ਦਰਸ ਰੀਤਾ। ਜੁਗ ਜੁਗ ਅਟਲ ਸਤਿਗੁਰੂ ਗੁਰਗੱਦੀ ਤੇ ਸੁਭਾਈਮਾਨ ਦਸਾਂ ਪਾਤਸ਼ਾਹੀਆਂ ਦੀ ਜੋਤ ਸਤਿਗੁਰੂ
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਮੁਬਾਰਕ ਅੰਮ੍ਰਿਤਮਈ ਹਜ਼ੂਰੀ ਵਿਖੇ ਚਰਨ ਸ਼ਰਨ ਵਿਖੇ ਜੁੜ ਬੈਠੀ ਗੁਰੂ ਰੂਪ ਸਤ ਸੰਗਤ, ਸਤਿਗੁਰੂ ਜੀ ਦੀਆਂ ਬੇਅੰਤ ਰਹਿਮਤਾਂ ਬਖਸ਼ਿਸ਼ਾਂ ਹੋਈਆਂ ਹਨ। ਗੁਰਸੰਗਤ ਰੂਪ 'ਚ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਮਿਲਿਆ ਹੈ ਔਰ ਇਹਨਾਂ ਕੜੀਆਂ ਨੂੰ ਸਫਲ ਬਣਾਉਂਦੇ ਹੋਏ ਗੁਰੂ ਘਰ ਦੇ ਸਨਮਾਨ ਸਤਿਕਾਰਯੋਗ ਕੀਰਤਨੀਆਂ ਪਾਸੋਂ ਰੋਜ਼ਾਨਾ ਦੀ ਤਰ੍ਹਾਂ ਪਾਵਨ ਔਰ ਪਵਿੱਤਰ ਬਾਣੀ, ਸਾਚੀ ਇਲਾਹੀ ਤੁਰ ਕੀ ਔਰ ਅੰਮ੍ਰਿਤਮਈ ਬਾਣੀ ਦੇ ਸ਼ਬਦ ਕੀਰਤਨ ਪਿਆਰ ਸਤਿਕਾਰ ਸਹਿਤ ਆਪ ਜੀ ਨੇ ਸ਼ਰਵਣ ਕੀਤੇ ਹਨ। ਕੀਰਤਨ ਦਾ ਆਨੰਦ ਮਾਣਿਆ ਹੈ। ਉਪਰੰਤ ਆਓ ਗੁਰੂ ਕੀਆਂ ਵਿਚਾਰਾਂ ਦੀ ਸਾਂਝ ਪਾਈਏ। ਸਭ ਤੋਂ ਪਹਿਲਾਂ ਫਤਿਹ ਪ੍ਰਵਾਨੋ ਅਦਬ ਸਹਿਤ ਪਿਆਰ ਸਹਿਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੇ ਪਾਵਨ ਦਰਬਾਰ ਵਿਖੇ ਜੁੜ ਮਿਲ ਬੈਠ ਨਿਤਾ ਪ੍ਰਤੀ ਆਪ ਜੀ ਭਗਤ ਕਬੀਰ ਸਾਹਿਬ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤੇ ਹੋਏ ਇਹ ਅੰਮ੍ਰਿਤਮਈ ਸ਼ਲੋਕ ਵਿਚਾਰ ਸਹਿਤ ਸ਼ਰਵਣ ਕਰਦੇ ਹੋ। 194 ਸ਼ਲੋਕਾਂ ਤੱਕ ਦੀ ਵਿਚਾਰ ਪਿਛਲੀਆਂ ਦੀਵਾਨਾਂ 'ਚ ਆਪ ਜੀ ਨੇ ਲਗਾਤਾਰ ਸ਼ਰਵਣ ਕੀਤੀ ਹੈ ਔਰ ਵਿਚਾਰ ਦੀ ਇਸ ਲੜੀ ਅਧੀਨ ਕਰੀਬਨ 50 ਸ਼ਲੋਕ ਕਬੀਰ ਸਾਹਿਬ ਜੀ ਦੇ ਹੋਰ ਹਨ, ਜਿਨ੍ਹਾਂ ਦੀ ਆਪਾਂ ਆਉਣ ਵਾਲੇ ਦਿਨਾਂ 'ਚ ਇਸੇ ਤਰ੍ਹਾਂ ਨਿਰੰਤਰ ਵਿਚਾਰ ਕਰਨੀ ਹੈ। ਔਰ ਭਗਤ ਕਬੀਰ ਸਾਹਿਬ ਜੀ ਇਹ ਦੋ ਪੰਕਤੀਆਂ ਦੇ ਸ਼ਲੋਕਾਂ ਅੰਦਰ ਵਿਚਾਰ ਕੰਪਲੀਟ ਕਰਦੇ ਹੋਏ ਤੇ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ ਰਹੇ ਨੇ। ਕੱਲ੍ਹ ਜਿੱਥੋਂ ਆਪਾਂ ਵਿਚਾਰ ਨੂੰ ਸੰਕੋਚਿਆ ਸੀ, ਕਬੀਰ ਸਾਹਿਬ ਜੀ ਨੇ ਜ਼ਿਕਰ ਕੀਤਾ ਗੁਰੂ ਸੂਰਮੇ ਵੱਲੋਂ ਮਾਰੇ ਜਾਣ ਵਾਲੇ ਸ਼ਬਦ ਰੂਪੀ ਤੀਰ ਦਾ। ਜਿਸ ਹਿਰਦੇ ਤੇ ਉਹ ਸ਼ਬਦ ਰੂਪੀ ਤੀਰ ਵੱਜਦਾ ਹੈ, ਜਿਹਦੇ ਹਿਰਦੇ ਤੇ ਗੁਰੂ ਕੇ ਸ਼ਬਦ ਉਪਦੇਸ਼ ਪਹੁੰਚ ਗਏ, ਉਹ ਮਨੁੱਖ ਦੇ ਜੀਵਨ ਅੰਦਰ ਅੰਦਰੂਨੀ ਵੀ ਤਬਦੀਲੀ ਆਉਂਦੀ ਹੈ, ਬਾਹਰੀ ਤਬਦੀਲੀ ਵੀ ਆਉਂਦੀ ਹੈ। ਕਿਉਂਕਿ ਸਾਡੇ ਜੀਵਨ ਦੇ ਇਹ ਦੋ ਪੱਖ ਹਨ। ਇੱਕ ਹੈ ਸਾਡਾ ਬਹਿਰੂਨੀ ਜੀਵਨ, ਬਾਹਰ ਦਾ ਜੀਵਨ। ਇੱਕ ਹੈ ਸਾਡਾ ਅੰਦਰੂਨੀ ਜੀਵਨ। ਔਰ ਦੋਵੇਂ ਪੱਖ ਇੱਕ ਦੂਜੇ ਦੇ ਨਾਲ ਜੁੜੇ ਹੋਏ ਹਨ, ਜਿਹਨੂੰ ਸਤਿਗੁਰੂ ਨੇ ਬਾਣੀ 'ਚ ਇੱਦਾਂ ਵੀ ਵਰਣਨ ਕੀਤਾ ਹੈ ਕਿ ਬਾਹਰ ਉਹ ਨਿਕਲਦਾ ਹੈ ਜੋ ਅੰਦਰ ਹੈ, ਔਰ ਦੂਜਾ ਪੱਖ ਇਹ ਹੈ ਕਿ ਅੰਦਰ ਉਹ ਜਾਂਦਾ ਹੈ ਜੋ ਬਾਹਰ ਹੈ। ਸਾਡੇ ਗਿਆਨ ਇੰਦਰੇ ਨੇ, ਕਰਮ ਇੰਦਰੇ ਹਨ, ਵਿਚਾਰ ਅੰਦਰ ਜਾਂਦੇ ਹਨ ਤੇ ਫਿਰ ਉਹ ਵਿਚਾਰ ਪਲਟ ਕੇ ਕਰਮ ਰੂਪ ਦੇ ਵਿੱਚ, ਐਕਸ਼ਨ ਰੂਪ ਦੇ ਵਿੱਚ ਬਾਹਰ ਆਉਂਦੇ ਹਨ। ਜੇ ਪਾਵੈ ਭਾਂਡੇ ਵਿੱਚ ਵਸਤ ਸਾਹ ਨਿਕਲੈ, ਇੱਕੋ ਪੰਕਤੀ 'ਚ ਮਹਾਰਾਜ ਨੇ ਇਨਪੁੱਟ ਆਊਟਪੁੱਟ ਦੀ ਗੱਲ ਕੀਤੀ ਹੈ। ਜੋ ਭਾਂਡੇ 'ਚ ਪਵੇਗਾ ਉਹ ਬਾਹਰ ਨਿਕਲੇਗਾ। ਆਪਾਂ ਇਹਨੂੰ ਹੋਰ ਸੌਖੇ ਤਰੀਕੇ ਦੇ ਨਾਲ ਇੱਦਾਂ ਸਮਝ ਸਕਦੇ ਹਾਂ ਕਿ ਜੋ ਸਾਡੀ ਸੁਰਤ ਹੈ, ਜੋ ਸਾਡਾ ਮਨ ਹੈ, ਦਿਮਾਗ ਹੈ, ਇਹ ਇੱਕ ਮੈਮਰੀ ਕਾਰਡ ਦੀ ਤਰ੍ਹਾਂ ਹੀ ਹੈ ਤੇ ਉਹਦੇ 'ਚ ਜਿਹੜੀਆਂ ਫਾਈਲਾਂ ਅਸੀਂ ਸੇਵ ਕਰਾਂਗੇ ਉਹੀ ਫਾਈਲਾਂ ਅਸੀਂ ਬਾਹਰ ਕੱਢ ਸਕਦੇ ਹਾਂ। ਉਹੀ ਕੁਝ ਬਾਹਰ ਨਿਕਲਦਾ ਹੈ ਜੋ ਅੰਦਰ ਗਿਆ ਹੈ। ਜੇ ਸਾਡੇ ਅੰਦਰ ਗੁਰੂ ਦੀ ਵਿਚਾਰ ਗਈ ਹੈ ਤੇ ਸੁਭਾਵਿਕ ਗੱਲ ਹੈ ਬਾਹਰ ਵੀ ਗੁਰੂ ਦੀਆਂ ਵਿਚਾਰਾਂ ਨਿਕਲਣਗੀਆਂ ਸਾਡੇ ਕਰਮਾਂ ਦੇ ਰੂਪ ਦੇ ਵਿੱਚ।
ਤੇ ਜੇ ਸਾਡੇ ਅੰਦਰ ਕੇਵਲ ਸੰਸਾਰ ਦੀਆਂ ਵਿਚਾਰਾਂ ਗਈਆਂ ਨੇ ਤੇ ਫਿਰ ਬਾਹਰ ਵੀ ਕਰਮਾਂ ਦੇ ਰੂਪ ਦੇ ਵਿੱਚ ਉਹੀ ਉਸੇ ਤਰ੍ਹਾਂ ਦੇ ਸਾਡੇ ਕਰਮ ਔਰ ਹਰ ਤਰ੍ਹਾਂ ਦੇ ਵਿਹਾਰ ਐਕਸ਼ਨ ਹੋਣਗੇ। ਕਬੀਰ ਸਾਹਿਬ ਕਹਿੰਦੇ, ਜਦੋਂ ਗੁਰੂ ਸੂਰਮਾ ਤੀਰ ਮਾਰਦਾ ਹੈ, ਜੀਵ ਗੁਰੂ ਵਾਲਾ ਬਣ ਗਿਆ, ਗੁਰੂ ਕਾ ਸਿੱਖ ਬਣ ਗਿਆ ਔਰ ਵਾਕਿਆ ਹੀ ਸਿੱਖੀ ਸਿੱਖਿਆ ਗੁਰ ਵਿਚਾਰ ਵਾਲੀ ਉਹ ਜਿਹੜੀ ਇੱਕ ਨਜ਼ਰੀਆ ਹੈ, ਉਸ ਨਜ਼ਰੀਏ ਦੇ ਨਾਲ ਸਿੱਖ ਬਣਿਆ। ਫਿਰ ਜਿਹੜੀਆਂ ਜੀਵਨ ਅੰਦਰ ਤਬਦੀਲੀਆਂ ਹੁੰਦੀਆਂ ਨੇ ਕਿ ਮਨੁੱਖ ਦੇ ਬੋਲਣ ਦੇ ਵਿੱਚ, ਮਨੁੱਖ ਦੇ ਸੁਣਨ ਦੇ ਵਿੱਚ ਔਰ ਕਿਰਤ ਕਰਮ ਕਰਨ ਦੇ ਵਿੱਚ, ਚਾਲ ਚੱਲਣ ਦੇ ਵਿੱਚ ਨਿਖਾਰ ਤੇ ਸੁਧਾਰ ਆਉਂਦਾ ਹੈ। ਚਾਲ ਚੱਲਣ ਵੀ ਬਦਲ ਜਾਂਦਾ ਹੈ, ਕਰਮ ਵੀ ਬਦਲਦੇ ਨੇ, ਬੋਲਣਾ, ਵੇਖਣਾ, ਸੁਣਨਾ, ਹਰ ਚੀਜ਼ ਬਦਲ ਜਾਂਦੀ ਹੈ। ਗੁਰਮੁਖ ਤੇ ਮਨਮੁਖ ਦਾ ਇਹ ਫਰਕ ਹੈ। ਗੁਰਮੁਖ ਦਾ ਜੀਵਨ ਦਾ ਇੱਕ ਇੱਕ ਕਰਮ ਨਿਖਰਿਆ ਹੋਇਆ, ਸੁਧਰਿਆ ਹੋਇਆ ਕਰਮ ਹੈ। ਮਨਮੁਖ ਦਾ ਇੱਕ ਇੱਕ ਕਰਮ ਵਿਗੜਿਆ ਹੋਇਆ ਔਰ ਫਾਲਤੂ ਵਿਅਰਥ ਕਰਮ ਹੈ। ਇਹਨੂੰ ਕਬੀਰ ਸਾਹਿਬ ਕਹਿੰਦੇ ਕਿ ਗੁਰਮੁਖ ਇੱਦਾਂ ਕਹਿ ਲਈਏ ਕਿ ਸੰਸਾਰੀ ਬਿਰਤੀ ਵਾਲੇ ਪਾਸੇ ਉਹ ਗੂੰਗਾ ਵੀ ਹੋ ਜਾਂਦਾ ਹੈ, ਬਾਵਰਾ ਵੀ ਹੁੰਦਾ ਹੈ, ਬਹਿਰਾ ਵੀ ਹੋ ਜਾਂਦਾ ਹੈ ਔਰ ਪਿੰਗਲਾ ਵੀ ਹੋ ਜਾਂਦਾ ਹੈ ਤੇ ਹੰਕਾਰ ਵੀ ਉਹਦਾ ਮਰ ਕੇ ਡਿੱਗ ਜਾਂਦਾ ਹੈ। ਪਰ ਇਹ ਸਾਰਾ ਕੁਝ ਹੁੰਦਾ ਕਦੋਂ ਹੈ? ਜਦੋਂ ਸਤਿਗੁਰੂ ਸੂਰਮੇ ਦਾ ਸ਼ਬਦ ਰੂਪੀ ਤੀਰ ਇਹਦੇ ਹਿਰਦੇ ਤੇ ਵੱਜਦਾ ਹੈ। ਜਦੋਂ ਸ਼ਬਦ ਉਪਦੇਸ਼, ਸ਼ਬਦ ਸੰਦੇਸ਼, ਸ਼ਬਦ ਗਿਆਨ ਇਹਦੇ ਅੰਦਰ ਤੱਕ ਪਹੁੰਚ ਗਿਆ। ਇਸ ਤੋਂ ਅਗਲੇ ਸ਼ਲੋਕ ਅੱਜ ਕਬੀਰ ਸਾਹਿਬ ਜੀ ਵਿਚਾਰ ਜਿਹੜੀ ਸਾਨੂੰ ਸਮਝਾ ਰਹੇ ਨੇ, ਇਹ ਪਹਿਲਾਂ 2 ਸ਼ਲੋਕ ਇਕੱਠੇ ਹਨ। ਪ੍ਰਥਮ 195 ਨੰਬਰ ਸ਼ਲੋਕ ਅੰਦਰ ਭਗਤ ਜੀ ਫਰਮਾਨ ਕਰਦੇ ਨੇ, ਕਬੀਰ ਨਿਰਮਲ ਬੂੰਦ ਆਕਾਸ਼ ਕੀ, ਪਰ ਗਈ ਭੂਮ ਬਿਕਾਰ। ਕਬੀਰ ਸਾਹਿਬ ਜੀ ਇਹ 2 ਸ਼ਲੋਕ ਨੇ, ਇਹਨਾਂ 'ਚ ਉਦਾਹਰਣ ਦੇ ਰਹੇ ਨੇ ਬਰਸਾਤ ਦੀਆਂ ਬੂੰਦਾਂ ਦੀ। ਹੁਣ ਮੀਂਹ ਜਦੋਂ ਪੈਂਦਾ ਹੈ ਤੇ ਕੁਦਰਤੀ ਗੱਲ ਹੈ, ਸਾਰੀਆਂ ਥਾਵਾਂ 'ਤੇ ਬਰਸਾਤ ਹੁੰਦੀ ਹੈ। ਭਾਵੇਂ ਕੋਈ ਕਰਲਾਠੀ ਜ਼ਮੀਨ ਹੈ, ਭਾਵੇਂ ਉਪਜਾਊ ਜ਼ਮੀਨ ਹੈ, ਜਦੋਂ ਮੀਂਹ ਪੈ ਰਿਹਾ ਹੈ ਸਭ ਪਾਸੇ ਬਾਰਿਸ਼ ਹੋ ਰਹੀ ਹੈ। ਭਾਵੇਂ ਉੱਚੇ ਟਿੱਬੇ ਹਨ, ਭਾਵੇਂ ਡੂੰਘੇ ਟੋਏ ਹਨ, ਮੀਂਹ ਪੈ ਰਿਹਾ ਹੈ। ਕੋਈ ਪੱਕੀਆਂ ਥਾਵਾਂ ਨੇ, ਕੋਈ ਕੱਚੀਆਂ ਥਾਵਾਂ ਨੇ, ਬਾਰਿਸ਼ ਪੈਂਦੀ ਪਈ ਹੈ। ਕਬੀਰ ਸਾਹਿਬ ਪਹਿਲੇ ਸ਼ਲੋਕ ਅੰਦਰ ਜਿਹੜੀ ਗੱਲ ਕਰ ਰਹੇ ਨੇ ਕਿ ਮਾਨੋ ਮੀਂਹ ਤੇ ਪਿਆ, ਬਰਸਾਤ ਦੀਆਂ ਬੂੰਦਾਂ ਤੇ ਵਰਸੀਆਂ, ਪਰ ਉਹ ਮੀਂਹ ਪਿਆ, ਉਹ ਬੂੰਦਾਂ ਡਿੱਗ ਪਈਆਂ ਕਰਲਾਠੀ ਜ਼ਮੀਨ ਤੇ, ਕਲਰ ਜ਼ਮੀਨ ਤੇ। ਉਹ ਜ਼ਮੀਨ ਜਿਸ ਜਗ੍ਹਾ ਤੇ ਪਾਣੀ ਜਿੰਨਾ ਮਰਜ਼ੀ ਦਵੋ ਉਹ ਕੋਈ ਅਸਰ ਨਹੀਂ ਹੁੰਦਾ ਹੈ। ਜ਼ਮੀਨ ਕੁਝ ਐਸੀ ਹੁੰਦੀ ਹੈ ਕਿ ਉਹ ਜ਼ਮੀਨ 'ਚੋਂ ਪਾਣੀ ਖਿਸਕ ਕੇ ਹੀ ਅੱਗੇ ਚਲਿਆ ਜਾਂਦਾ ਹੈ। ਜ਼ਮੀਨ ਪਾਣੀ ਨੂੰ ਪ੍ਰੋਪਰ ਸੋਖਦੀ ਨਹੀਂ ਹੈ। ਹੁਣ ਤਾਂ ਕਈ ਤਰ੍ਹਾਂ ਦੇ ਸਾਧਨ ਇਜਾਦ ਹੋ ਚੁੱਕੇ ਹਨ, ਨਹੀਂ ਤੇ ਅਕਸਰ ਅਸੀਂ ਪਿੰਡਾਂ ਖੰਡਾਂ 'ਚ ਵੇਖਦੇ ਹੁੰਦੇ ਸਾਂ ਕਿਸੇ ਨਾ ਕਿਸੇ ਪਾਸੇ ਕੋਈ ਜ਼ਮੀਨ, ਕਰਲਾਠੀ ਜ਼ਮੀਨ, ਕਲਰ ਮੈਰਾ ਵੀ ਜਿਹਨੂੰ ਕਿਹਾ ਜਾਂਦਾ ਸੀ, ਉਹ ਹੁੰਦੀ ਸੀ ਤੇ ਉਹਨਾਂ ਜਗ੍ਹਾ 'ਤੇ ਫਸਲ ਬਹੁਤ ਘੱਟ ਹੁੰਦੀ ਸੀ। ਕਾਰਨ ਕੀ ਕਿ ਉਹ ਜ਼ਮੀਨ ਪ੍ਰੋਪਰ ਪਾਣੀ ਨੂੰ ਆਪਣੇ ਅੰਦਰ ਸੋਖਦੀ ਨਹੀਂ ਹੈ। ਉਹ ਜ਼ਮੀਨ ਐਵੇਂ ਸੁੱਕੀ ਜਿਹੀ, ਘਟਾ ਜਿਹਾ, ਹੋਰ ਹੀ ਵੱਖਰੇ ਤਰ੍ਹਾਂ ਦੀ ਮਿੱਟੀ ਜਿਹੀ ਹੁੰਦੀ ਸੀ ਉੱਪਰੋਂ ਤੇ ਉਹ ਫਿਰ ਉਹਦੇ 'ਚ ਜੇ ਜ਼ਿਮੀਂਦਾਰ ਨੇ ਫਸਲ ਵੀ ਬੀਜਣੀ, ਬਹੁਤੇ ਦਾਣੇ ਉੱਗਣੇ ਕੋਈ ਨਾ, ਜਿਹੜੇ ਉੱਗ ਵੀ ਜਾਣੇ ਤੇ ਉਹ ਬੜੇ ਛੋਟੇ ਛੋਟੇ ਜਿਹੇ ਬੂਟੇ ਹੋਣੇ ਤੇ ਉਹ ਜਿਹੜੇ ਛੋਟੇ ਵੱਡੇ ਕੁਝ ਬੂਟੇ ਉੱਗਦੇ ਵੀ, ਉਹਨਾਂ ਦੇ ਵਿੱਚੋਂ ਵੀ ਕੁਝ ਫਲਦੇ ਤੇ ਕੁਝ ਅਣਫਲੇ ਹੀ ਰਹਿ ਜਾਂਦੇ। ਭਾਵ ਉਹ ਉਸ ਜਗ੍ਹਾ 'ਤੇ ਪ੍ਰੋਪਰ ਜ਼ਮੀਨ ਨਹੀਂ ਹੁੰਦੀ। ਹੁਣ ਬਹੁਤ ਕੁਝ ਬਦਲ ਚੁੱਕਿਆ ਹੈ। ਜ਼ਿਮੀਂਦਾਰਾਂ ਨੇ ਵੀ ਉਹ ਭੱਠਿਆਂ ਵਾਲਿਆਂ ਨੂੰ ਕਹਿ ਕੇ ਉੱਪਰੋਂ ਜਿਹੜੀ ਉਹ ਕਰਲਾਠੀ ਮਿੱਟੀ ਸੀ ਉਹ ਚੁਕਾ ਕੇ ਤੇ ਕਾਫੀ ਮਿੱਟੀ ਚੁਕਾਈ, ਫਿਰ ਉਦੋਂ ਬਾਅਦ ਚੰਗੀ ਤਰ੍ਹਾਂ ਵਾਹਿਆ ਗਿਆ, ਕਈ ਪ੍ਰਬੰਧ ਹੋਰ ਹੋਏ ਤੇ ਉਹ ਜਗ੍ਹਾ ਵੀ ਹੁਣ ਬਦਲੀਆਂ ਹਨ।
ਪਰ ਪਹਿਲਿਆਂ ਸਮਿਆਂ 'ਚ ਜੋ ਅਕਸਰ ਹੁੰਦਾ ਸੀ, ਕਿਉਂਕਿ ਸਾਧਨ ਵੀ ਐਸੇ ਨਹੀਂ ਸਨ, ਅਤੇ ਉਹ ਜਿਹੜੀਆਂ ਜਗ੍ਹਾ ਸਨ ਅਕਸਰ ਬੇਕਾਰ ਹੀ ਹੁੰਦੀਆਂ ਸਨ, ਕਿਉਂਕਿ ਪ੍ਰੋਪਰ ਜ਼ਮੀਨ ਪਾਣੀ ਸੋਖਦੀ ਨਹੀਂ। ਅਤੇ ਜਿਹੜੀ ਜ਼ਮੀਨ ਨੇ ਪ੍ਰੋਪਰ ਪਾਣੀ ਨੂੰ ਨਹੀਂ ਸੋਖਿਆ, ਉਹਦੇ 'ਤੇ ਬੀਜ ਵੀ ਦਾ ਛੱਟਾ ਵੀ ਮਾਰਿਆ ਗਿਆ, ਉਹ ਬੀਜ ਉੱਗਦਾ ਨਹੀਂ ਸੀ। ਬੀਜ ਉੱਗ ਵੀ ਪਿਆ ਅਤੇ ਉਹ ਫਸਲ ਨੂੰ ਵੱਡੇ ਹੋਣ ਦੇ ਲਈ ਫਿਰ ਪਾਣੀ ਦੀ ਜ਼ਰੂਰਤ ਹੈ। ਸਤਿਗੁਰੂ ਬਾਣੀ 'ਚ ਕਹਿੰਦੇ, ਪਹਿਲਾਂ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ। ਕਾਦਰ ਨੇ ਕੁਦਰਤ ਦਾ ਇਹ ਇੱਕ ਵਿਧਾਨ ਬਣਾਇਆ ਹੈ ਕਿ ਹਰਿਆਵਲ ਪਾਣੀ ਦੇ ਸਿਰ 'ਤੇ ਹੀ ਹੈ। ਜਿੱਥੇ ਪਾਣੀ ਹੈ ਉੱਥੇ ਹਰਿਆਵਲ ਹੈ, ਜਿੱਥੇ ਪਾਣੀ ਨਹੀਂ ਹੈ ਉੱਥੇ ਤੇ ਫਿਰ ਸੁੱਕਾ ਮਾਰੂਥਲ ਹੈ, ਬੰਜਰ ਹੈ, ਮੈਰਾ ਹੈ, ਕੁਝ ਵੀ ਨਹੀਂ ਹੈ। ਹੁਣ ਰਾਜਸਥਾਨ ਆਦਿਕ ਦੇ ਇਲਾਕਿਆਂ 'ਚ ਆਪਾਂ ਵੇਖਦੇ ਹਾਂ, ਦੂਰ ਦੂਰ ਤੱਕ ਬਸ ਰੇਤ ਹੀ ਰੇਤ ਹੈ, ਔਰ ਪਾਣੀ ਦੀ ਘਾਟ ਹੋਣ ਕਰਕੇ ਬਨਸਪਤੀ ਵੀ ਨਹੀਂ ਹੈ, ਪੇੜ ਪੌਦੇ ਵੀ ਨਹੀਂ ਹਨ, ਫਸਲਾਂ ਵੀ ਨਹੀਂ ਹਨ, ਕਿਉਂਕਿ ਪਾਣੀ ਦੇ ਰਾਹੀਂ ਹੀ ਇਹਨਾਂ ਚੀਜ਼ਾਂ ਦੀ ਉਤਪਤੀ ਹੋਣੀ ਹੈ। ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ। ਹੁਣ ਇੱਕ ਤੇ ਉਹ ਜਗ੍ਹਾ ਕਿ ਜਿੱਥੇ ਕੁਦਰਤੀ ਪਾਣੀ ਦੀ ਘਾਟ, ਜਿਸ ਕਰਕੇ ਉਹ ਜਗ੍ਹਾ ਮਾਰੂਥਲ ਬਣ ਗਈ, ਉੱਥੇ ਉਹਨਾਂ ਜਗ੍ਹਾ 'ਤੇ ਪਾਣੀ ਦੀ ਘਾਟ ਹੈ। ਪਰ ਇਹ ਜਿਹੜੀ ਕਲਰ ਵਾਲੀ ਜ਼ਮੀਨ ਹੁੰਦੀ ਹੈ, ਇੱਥੇ ਪਾਣੀ ਦੀ ਘਾਟ ਨਹੀਂ ਹੁੰਦੀ। ਮੀਂਹ ਤਾਂ ਪੈ ਰਿਹਾ ਹੈ ਨੇੜੇ ਤੇੜੇ ਦੇ ਬਾਕੀ ਇਲਾਕਿਆਂ 'ਚ ਵੀ ਮੀਂਹ ਪਿਆ, ਔਰ ਉਹ ਉਸ ਜਗ੍ਹਾ 'ਤੇ ਵੀ ਕਰਲਾਠੀ ਜ਼ਮੀਨ 'ਤੇ ਵੀ ਮੀਂਹ ਪਿਆ, ਪਰ ਉਸ ਮਿੱਟੀ ਦੇ ਅੰਦਰ ਇੰਨੀ ਤਾਕਤ ਨਹੀਂ ਹੁੰਦੀ ਹੈ। ਉਹ ਵੱਖਰੀ ਕਿਸਮ ਦੀ ਇੱਕ ਮਿੱਟੀ ਹੁੰਦੀ, ਕਿਉਂਕਿ ਮਿੱਟੀ ਦੀਆਂ ਵੀ ਕਿੰਨੀਆਂ ਕਿਸਮਾਂ ਹਨ। ਉਹ ਮਿੱਟੀ ਐਸੀ ਹੁੰਦੀ ਹੈ, ਉਹ ਪਾਣੀ ਨੂੰ ਨਹੀਂ ਸੋਖਦੀ ਹੈ, ਜਿਸ ਕਰਕੇ ਪਾਣੀ ਦੀਆਂ ਬੂੰਦਾਂ ਪਈਆਂ ਪਰ ਵਹਿਣ ਅੱਗੇ ਵਹਿ ਗਿਆ, ਜ਼ਮੀਨ ਨੇ ਪਾਣੀ ਸੋਖਿਆ ਹੀ ਨਾ, ਉਦੋਂ ਬਾਅਦ ਫਸਲ ਵੀ ਕੋਈ ਨਾ ਹੋਈ। ਕਬੀਰ ਸਾਹਿਬ ਕਹਿੰਦੇ, ਨਿਰਮਲ ਬੂੰਦ ਆਕਾਸ਼ ਕੀ ਪਰ ਗਈ ਭੂਮ ਬੇਕਾਰ। ਨਿਰਮਲ ਬੂੰਦ ਅਸਮਾਨ ਦੀਆਂ, ਆਕਾਸ਼ ਤੋਂ ਬਰਸੀਆਂ ਬਾਰਿਸ਼ ਦੀਆਂ, ਪਰ ਜਿਹੜੀ ਜ਼ਮੀਨ 'ਤੇ ਬਰਸੀਆਂ ਉਹ ਜ਼ਮੀਨ, ਉਹ ਮਿੱਟੀ ਬੇਕਾਰ ਸੀ। ਉਹ ਜ਼ਮੀਨ ਪਾਣੀ ਸੋਖਣ ਦੇ ਯੋਗ ਨਹੀਂ ਸੀ। ਹਾਲਾਂਕਿ ਉਹ ਮਿੱਟੀ ਦੀ ਆਪਣੇ ਤਰੀਕੇ ਦੇ ਨਾਲ ਹੋਰ ਸਾਧਨਾਂ 'ਚ ਚੀਜ਼ਾਂ 'ਚ ਵਰਤੋਂ ਤੇ ਹੁੰਦੀ ਹੈ, ਪਰ ਉਹ ਫਸਲ ਦੇ ਲਈ ਉਪਜਾਊ ਨਹੀਂ ਹੈ। ਤੇ ਕਬੀਰ ਸਾਹਿਬ ਕਹਿੰਦੇ, ਬਿਨ ਸੰਗਤ ਇਉਂ ਮਾਨਈ ਹੋਏ ਗਈ ਭੱਠ ਛਾਰ। ਹੁਣ ਇੱਥੇ ਇਹ ਜਿਹੜੀ ਉਦਾਹਰਨ ਕਬੀਰ ਜੀ ਨੇ ਦਿੱਤੀ, ਕਹਿੰਦੇ ਕਿ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਅੰਸ਼ ਹੈ ਉਹ ਮਾਨੋ ਨਿਰਮਲ ਬੂੰਦ ਦੀ ਤਰ੍ਹਾਂ ਹੈ, ਪਰ ਜਿਸ ਮਨੁੱਖ ਨੂੰ ਉਹ ਨਿਰਮਲ ਅੰਸ਼ ਅਕਾਲ ਪੁਰਖ ਪਰਮਾਤਮਾ ਦੀ ਪ੍ਰਾਪਤ ਹੋਈ, ਉਹ ਜਿਹੜਾ ਮਨੁੱਖ ਸੀ ਉਹ ਸੀ ਇੱਕ ਕਰਲਾਠੀ ਜ਼ਮੀਨ ਦੀ ਤਰ੍ਹਾਂ, ਬੰਜਰ ਜ਼ਮੀਨ ਦੀ ਤਰ੍ਹਾਂ, ਔਰ ਸਤ ਸੰਗਤ ਦਾ ਉਤਾਰਣੀ ਕੋਈ ਨਹੀਂ, ਗੁਰੂ ਦਾ ਉਤਾਰਣੀ ਕੋਈ ਨਹੀਂ। ਅੰਦਰ ਅਕਾਲ ਪੁਰਖ ਦੀ ਜੋਤ ਤੇ ਵਰਤ ਰਹੀ ਹੈ, ਪਰ ਸੰਗਤ ਚੰਗੀ ਨਹੀਂ ਹੈ। ਸੰਗਤ ਚੰਗੀ ਨਾ ਹੋਣ ਕਰਕੇ ਮਨ ਤੇ ਸੁਰਤ ਤੇ ਜੀਵਨ ਤੇ ਜਿਹੜੀ ਰੰਗਤ ਹੈ ਉਹ ਵੀ ਚੰਗੀ ਨਹੀਂ ਚੜ੍ਹੀ ਹੈ। ਤੇ ਨਿਰਮਲ ਬੂੰਦ ਜੀਵ ਆਤਮਾ ਜੀਵਨ ਤੇ ਬੜਾ ਕੀਮਤੀ ਪ੍ਰਾਪਤ ਹੋਇਆ, ਪਰ ਚੰਗੀ ਸੰਗਤ ਤੋਂ ਬਿਨਾਂ, ਗੁਰ ਉਪਦੇਸ਼ ਤੋਂ ਬਿਨਾਂ ਜੀਵਨ ਵਿਕਾਰਾਂ ਆਦਿਕ ਦੇ ਵਿੱਚ ਵਿਅਰਥ ਦਾ ਵਿਅਰਥ ਚਲਾ ਗਿਆ। ਉਹਨੇ ਅਕਾਲ ਪੁਰਖ ਵਾਹਿਗੁਰੂ ਵੱਲੋਂ ਬਖਸ਼ੇ ਹੋਏ ਇਸ ਜੀਵਨ ਨੂੰ ਸੰਭਾਲਿਆ ਨਹੀਂ, ਜਿਸ ਮਨੁੱਖ ਦੀ ਬਿਰਤੀ ਕਰਲਾਠੀ ਜ਼ਮੀਨ ਵਰਗੀ ਸੀ। ਮਾਲਕ ਨੇ ਜੀਵਨ ਦਿੱਤਾ, ਮਾਲਕ ਨੇ ਆਪਣੀ ਜੋਤ ਬਖਸ਼ਿਸ਼ ਕੀਤੀ, ਪਰ ਇਹ ਜੀਵ ਜੋਤ ਨੂੰ ਹਾਸਲ ਕਰਕੇ ਵੀ ਕੋਈ ਕਮਾਈ ਕਰ ਨਹੀਂ ਸਕਿਆ, ਅੱਗੇ ਵਧ ਨਹੀਂ ਸਕਿਆ, ਔਰ ਮਾਲਕ ਦੀਆਂ ਬਖਸ਼ਿਸ਼ਾਂ ਨੂੰ, ਰਹਿਮਤਾਂ ਨੂੰ ਇਹ ਸੰਭਾਲ ਨਹੀਂ ਸਕਿਆ। ਸੰਗਤ ਚੰਗੀ ਨਹੀਂ ਸੀ, ਜਿਸ ਕਰਕੇ ਜੀਵਨ ਅੰਦਰ ਕੋਈ ਵਿਕਾਸ, ਕੋਈ ਤਰੱਕੀ, ਕੋਈ ਕਿਸੇ ਤਰ੍ਹਾਂ ਦੀ ਪ੍ਰੋਗਰੈਸ ਨਾ ਹੋਈ। ਅਗਲੇ ਸ਼ਲੋਕ 'ਚ ਆਪ ਫਰਮਾਨ ਕਰਦੇ, ਕਬੀਰ ਨਿਰਮਲ ਬੂੰਦ ਆਕਾਸ਼ ਕੀ ਲੀਨੀ ਭੂਮ ਮਿਲਾਏ। ਕਬੀਰ ਸਾਹਿਬ ਕਹਿੰਦੇ, ਬਰਸਾਤ ਦੀਆਂ ਨਿਰਮਲ ਬੂੰਦਾਂ ਅਸਮਾਨ ਤੋਂ ਵਰਸੀਆਂ, ਇਹ ਜਿਹੜੀਆਂ ਬੂੰਦਾਂ ਨੇ ਉਸ ਜਗ੍ਹਾ 'ਤੇ ਪਈਆਂ ਜਿਸ ਜਗ੍ਹਾ 'ਤੇ ਜ਼ਮੀਨ ਬੜੀ ਉਪਜਾਊ ਸੀ, ਬੜੀ ਉਪਜਾਊ ਸੀ। ਇੱਕ ਇੱਕ ਬੂੰਦ ਧਰਤੀ ਆਪਣੇ 'ਚ ਸਮਾਉਂਦੀ ਗਈ
ਤੇ ਜਿਵੇਂ ਉਹ ਬੂੰਦਾਂ ਨੂੰ, ਬਾਰਿਸ਼ ਦੇ ਪਾਣੀ ਨੂੰ ਧਰਤੀ ਨੇ ਆਪਣੇ ਸੀਨੇ 'ਚ, ਮਿੱਟੀ ਨੇ ਸਮਾ ਲਿਆ, ਉਦੋਂ ਬਾਅਦ ਉਹਦੇ ਤੇ ਜ਼ਿਮੀਂਦਾਰ ਨੇ ਉਹ ਖੇਤ ਨੂੰ ਵਾਹਿਆ ਤੇ ਉਹ ਉੱਥੇ ਫਸਲ ਬੀਜ ਦਿੱਤੀ ਤੇ ਹੁਣ ਫਸਲ ਵੀ ਹੋਈ ਹੈ ਤੇ ਫਸਲ ਖੂਬ ਫਲੀ ਵੀ ਹੈ ਤੇ ਜ਼ਿਮੀਂਦਾਰ ਨੂੰ ਉਹਦਾ ਲਾਭ ਵੀ ਪ੍ਰਾਪਤ ਹੋਇਆ ਹੈ। ਕਬੀਰ ਸਾਹਿਬ ਕਹਿੰਦੇ ਜਿਹੜੀ ਤੇ ਬੰਜਰ ਜ਼ਮੀਨ ਸੀ, ਮੀਂਹ ਉੱਥੇ ਪਿਆ ਤੇ ਪਾਣੀ ਅੱਗੇ ਵਹਿ ਗਿਆ, ਉਹ ਧਰਤੀ ਪਾਣੀ ਨੂੰ ਆਪਣੇ 'ਚ ਸਮਾ ਨਹੀਂ ਸਕੀ, ਪਰ ਜਿਹੜੀ ਉਪਜਾਊ ਧਰਤੀ ਸੀ ਉੱਥੇ ਬਰਸਾਤ ਦੀਆਂ ਬੂੰਦਾਂ ਪਈਆਂ, ਉਹ ਧਰਤੀ ਨੇ ਇੱਕ ਬੂੰਦ ਵੀ ਅੱਗੇ ਨਹੀਂ ਜਾਣ ਦਿੱਤੀ, ਇੱਕ ਇੱਕ ਬੂੰਦ ਨੂੰ ਆਪਣੇ 'ਚ ਸਮਾ ਲਿਆ ਤੇ ਜੋ ਉਹਨੇ ਆਪਣੇ 'ਚ ਸਮਾਇਆ ਉਹਨੂੰ ਫਿਰ ਉਹਦੇ ਤੋਂ ਵੱਖ ਕੋਈ ਨਹੀਂ ਕਰ ਸਕਦਾ ਹੈ। ਅਨੇਕ ਸਿਆਣੇ ਪਚ ਗਏ ਨਾ ਨਿਰਵਾਰੀ ਜਾਏ। ਕਹਿੰਦੇ ਜਿੰਨੇ ਮਰਜ਼ੀ ਆਪਣੇ ਵੱਲੋਂ ਸਿਆਣੇ, ਚਤਰ, ਚਲਾਕ ਉਹ ਪਾਣੀ ਦੀਆਂ ਬੂੰਦਾਂ ਨੂੰ ਉਸ ਧਰਤੀ ਤੋਂ ਬਾਹਰ ਕਰਨ ਦੀ ਕੋਸ਼ਿਸ਼ ਕਰਨ, ਜਿਹੜਾ ਪਾਣੀ ਧਰਤੀ ਨੇ ਆਪਣੇ 'ਚ ਸਮਾ ਲਿਆ ਉਹ ਪਾਣੀ ਉਹਦੇ ਤੋਂ ਵੱਖ ਨਹੀਂ ਕੀਤਾ ਜਾ ਸਕਦਾ ਹੈ। ਹੁਣ ਗੁਰੂ ਕੇ ਦਰ 'ਤੇ ਆਪਾਂ ਆਉਂਦੇ ਹਾਂ। ਗੁਰੂ ਮਹਾਰਾਜ ਸਾਨੂੰ ਪਾਵਨ ਬਾਣੀ ਦੇ ਰਾਹੀਂ ਗਿਆਨ ਉਪਦੇਸ਼ ਦਿੰਦੇ ਹਨ। ਜੇ ਤੇ ਸਾਡੀ ਮਨ ਰੂਪੀ, ਹਿਰਦੇ ਰੂਪੀ ਜਿਹੜੀ ਧਰਤੀ ਹੈ ਉਹ ਬੰਜਰ ਹੈ, ਫਿਰ ਤੇ ਗੁਰੂ ਦਾ ਉਪਦੇਸ਼ ਤੇ ਮਨ ਤੱਕ ਪਹੁੰਚਿਆ, ਸਾਡੇ ਸ਼ਰਵਣਾਂ ਤੱਕ ਪਹੁੰਚਿਆ, ਪਰ ਅੱਗੇ ਲੰਘ ਗਿਆ ਤੇ ਜੀਵਨ ਸਾਡਾ ਉੱਥੇ ਦਾ ਉੱਥੇ ਹੀ ਖਲੋਤਾ ਰਹਿ ਗਿਆ। ਕੋਈ ਫਰਕ ਨਹੀਂ ਪਿਆ, ਉਪਦੇਸ਼ ਜ਼ਰੂਰ ਗੁਰੂ ਦਾ ਪਹੁੰਚਿਆ ਪਰ ਸੰਭਾਲਿਆ ਨਹੀਂ। ਤੇ ਜੇ ਸਾਡੀ ਬਿਰਤੀ ਹੈ ਗੁਰੂ ਕਾ ਉਪਦੇਸ਼ ਸੰਭਾਲਣ ਵਾਲੀ, ਉਪਜਾਊ ਧਰਤੀ ਵਾਲੀ ਬਿਰਤੀ, ਗੁਰੂ ਨੇ ਗਿਆਨ ਉਪਦੇਸ਼ ਸਾਨੂੰ ਦਿੱਤਾ, ਅਸੀਂ ਬੜੇ ਧਿਆਨ ਦੇ ਨਾਲ ਇਕਾਗਰ ਚਿੱਤ ਹੋ ਕੇ ਉਹ ਗੁਰੂ ਦੇ ਉਪਦੇਸ਼ ਨੂੰ, ਸੰਦੇਸ਼ ਨੂੰ, ਮੈਸੇਜ ਨੂੰ, ਗਿਆਨ ਨੂੰ ਸੁਣਿਆ। ਸੁਣ ਕੇ ਗੁਰੂ ਦਾ ਉਪਦੇਸ਼ ਅੰਦਰ ਧਾਰਨ ਕਰ ਲਿਆ, ਹਿਰਦੇ 'ਚ ਪਹੁੰਚ ਗਿਆ ਗੁਰੂ ਕਾ ਉਪਦੇਸ਼। ਹੁਣ ਜਿਹੜੀ ਗੁਰੂ ਦੀ ਗੱਲ ਸਾਡੇ ਅੰਦਰ ਪਹੁੰਚ ਗਈ ਹੈ, ਸਾਨੂੰ ਪਤਾ ਲੱਗ ਗਿਆ ਕਿ ਗੁਰੂ ਕੀ ਕਹਿ ਰਹੇ ਹਨ, ਫਿਰ ਕੋਈ ਉਹ ਗੁਰੂ ਦੇ ਸ਼ੁਭ ਉਪਦੇਸ਼ ਨੂੰ, ਸੰਦੇਸ਼ ਨੂੰ ਸਾਡੇ ਅੰਦਰ ਤੋਂ ਕੱਢਣਾ ਵੀ ਚਾਹਵੇ ਤੇ ਕੱਢ ਨਹੀਂ ਸਕਦਾ, ਕਿਉਂਕਿ ਅਸੀਂ ਸੁਣ ਲਿਆ, ਅਸੀਂ ਸਮਝ ਲਿਆ ਕਿ ਕਿਆ ਗੁਰੂ ਮਹਾਰਾਜ ਜੀ ਦਾ ਉਪਦੇਸ਼ ਹੈ, ਕੀ ਗੁਰੂ ਸਾਹਿਬ ਜੀ ਦਾ ਸੰਦੇਸ਼ ਹੈ। ਹੁਣ ਜਿਨ੍ਹਾਂ ਨੇ ਸਮਝ ਲਿਆ, ਅੰਦਰ ਵਸਾ ਲਿਆ, ਕਿੰਨੇ ਇਤਿਹਾਸ ਅੰਦਰ ਉਹ ਗੁਰੂ ਕੇ ਪਿਆਰੇ ਸਚਿਆਰੇ ਜਿਨ੍ਹਾਂ ਨੇ ਅਤੁੱਟ ਕਮਾਈਆਂ ਕੀਤੀਆਂ, ਘਾਲਣਾ ਘਾਲੀਆਂ, ਦੁੱਖ ਸੁੱਖ ਨੂੰ ਆਪਣੇ ਪਿੰਡੇ ਤੇ, ਆਪਣੇ ਸਰੀਰ ਤੇ ਹੰਢਾਇਆ, ਪਰ ਜਿਹੜੀ ਗੁਰੂ ਦੀ ਸਿੱਖਿਆ ਅੰਦਰ ਵਰਤ ਚੁੱਕੀ ਸੀ ਉਹ ਸਿੱਖਿਆ ਉਹਨਾਂ ਦੇ ਅੰਦਰੋਂ ਕੋਈ ਕੱਢ ਨਹੀਂ ਸਕਿਆ। ਨਾ ਲਾਲਚ ਦੇ ਕੇ ਕੱਢ ਸਕਿਆ, ਨਾ ਡਰਾਵੇ ਦੇ ਕੇ ਕੱਢ ਸਕਿਆ, ਨਾ ਕੋਈ ਤਸੀਹੇ ਦੇ ਕੇ ਕੱਢ ਸਕਿਆ, ਕਿਉਂਕਿ ਗੁਰੂ ਦੀ ਸਿੱਖਿਆ, ਗੁਰੂ ਦਾ ਉਪਦੇਸ਼ ਉਹਨਾਂ ਦੇ ਰੋਮ ਰੋਮ ਦੇ ਵਿੱਚ ਸਮਾ ਚੁੱਕਿਆ ਸੀ। ਤੇ ਜਦੋਂ ਗੁਰੂ ਦਾ ਉਪਦੇਸ਼ ਸੇਵਕ ਦੇ, ਸਿੱਖ ਦੇ ਰੋਮ ਰੋਮ 'ਚ ਸਮਾ ਜਾਂਦਾ ਹੈ ਤੇ ਫਿਰ ਇਕੱਲੀ ਰਸਨਾ ਹੀ ਗੁਰੂ ਨੂੰ, ਅਕਾਲ ਪੁਰਖ ਨੂੰ ਨਹੀਂ ਧਿਆਉਂਦੀ, ਬਲਕਿ ਹਜੂਰ ਬਾਣੀ 'ਚ ਕਹਿੰਦੇ ਗੁਰਮੁਖ ਰੋਮ ਰੋਮ ਹਰ ਧਿਆਵੈ। ਉਹਦਾ ਤੇ ਰੋਮ ਰੋਮ ਫਿਰ ਮਾਲਕ ਦੇ ਧਿਆਨ 'ਚ ਜੁੜ ਜਾਂਦਾ ਹੈ, ਮਾਲਕ ਦੀਆਂ ਵਡਿਆਈਆਂ 'ਚ, ਮਾਲਕ ਦੀ ਸਿਫਤ 'ਚ ਜੁੜ ਜਾਂਦਾ ਹੈ। ਪਰ ਇਹ ਗੱਲ ਬਣਦੀ ਤਾਂ ਹੈ ਜੇ ਅਸੀਂ ਐਨ ਉਪਜਾਊ ਧਰਤੀ ਵਰਗਾ ਆਪਣਾ ਹਿਰਦਾ ਬਣਾਇਆ ਤੇ ਗੁਰੂ ਦੇ ਉਪਦੇਸ਼ ਨੂੰ, ਗੁਰੂ ਦੇ ਸੰਦੇਸ਼ ਰੂਪੀ ਨਿਰਮਲ ਬੂੰਦਾਂ ਨੂੰ ਆਪਣੇ ਹਿਰਦੇ 'ਚ, ਆਪਣੇ ਮਨ 'ਚ, ਆਪਣੀ ਸੁਰਤ 'ਚ ਅੰਦਰ ਧਾਰਨ ਕੀਤਾ। ਇਕਾਗਰ ਚਿੱਤ ਹੋ ਕੇ ਸੁਣਨਾ ਵੀ ਕਈ ਪ੍ਰਕਾਰ ਦਾ ਹੈ। ਇੱਕ ਸੁਣਨਾ ਹੈ ਕੇਵਲ ਬਾਹਰ ਦਾ ਉਪਰਾ ਜਿਹਾ ਸੁਣਨਾ, ਇੱਕ ਸੁਣਨਾ ਹੈ ਬੜੇ ਧਿਆਨ ਦੇ ਨਾਲ, ਗਹਿਰ ਅਵਸਥਾ ਦੇ ਨਾਲ ਸੁਣਨਾ। ਕਈ ਵਾਰ ਸਾਡਾ ਸੁਣਿਆ ਵੀ ਅਣਸੁਣਿਆ ਹੁੰਦਾ ਹੈ। ਆਵਾਜ਼ ਤਾਂ ਸਾਡੇ ਕੰਨਾਂ ਤੱਕ ਪਹੁੰਚਦੀ ਹੈ, ਪਰ ਉਸ ਆਵਾਜ਼ 'ਚ ਦਿੱਤਾ ਹੋਇਆ ਮੈਸੇਜ, ਦਿੱਤਾ ਹੋਇਆ ਸੰਦੇਸ਼, ਕਹੀ ਹੋਈ ਗੱਲ ਸਾਡੀ ਸੁਰਤ ਤੱਕ ਨਹੀਂ ਪਹੁੰਚਦੀ ਹੈ। ਅਸੀਂ ਸੁਣ ਲਿਆ ਪਰ ਧਿਆਨ ਦੇ ਨਾਲ ਨਹੀਂ ਸੁਣਿਆ। ਪਰ ਇੱਕ ਸਾਡਾ ਸੁਣਨਾ ਉਹ ਹੈ ਜਿਹੜਾ ਪੂਰਾ ਧਿਆਨ ਦੇ ਨਾਲ, ਇਕਾਗਰਤਾ ਦੇ ਨਾਲ ਸੁਣ ਵੀ ਲਿਆ ਤੇ ਉਹ ਸੁਣੇ ਹੋਏ ਨੂੰ ਅੰਦਰ ਵਸਾ ਵੀ। ਜਿਹੜੇ ਸੁਣਨ ਦੀ ਗੱਲ ਹੈ, ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦੀਆਂ 4 ਪੌੜੀਆਂ 'ਚ ਕੀਤੀ ਹੈ ਨਾ, ਉਹ ਸੁਣਨਾ ਕੋਈ ਉੱਪਰੋਂ ਓਪਰਾ ਸੁਣਨਾ ਨਹੀਂ ਹੈ। ਜੇ ਅਸੀਂ ਚਾਹੁੰਦੇ ਹਾਂ ਸਾਡੀ ਵੀ ਉਹ ਅਵਸਥਾ ਬਣੇ
ਕਿ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼। ਤੇ ਉਹ ਸਾਨੂੰ ਭਗਤਾਂ ਦੀ ਤਰ੍ਹਾਂ ਆਪਣਾ ਸੁਣਨਾ ਵੀ ਅਤਿਅੰਤ ਗਹਿਰਾ ਸੁਣਨਾ ਬਣਾਉਣਾ ਪਵੇਗਾ। ਗੱਲ ਕੇਵਲ ਬਾਹਰ ਦੀਆਂ ਬੋਲਾਂ ਦੀ ਨਹੀਂ ਹੈ, ਗੱਲ ਹੈ ਉਹਨਾਂ ਬੋਲਾਂ ਦੇ ਵਿੱਚ ਕਹੇ ਹੋਏ ਮੈਸੇਜ ਦੀ, ਸੰਦੇਸ਼ ਦੀ, ਸਿੱਖਿਆ ਦੀ। ਉਹ ਮੈਸੇਜ, ਉਹ ਸੰਦੇਸ਼ ਤੇ ਸਿੱਖਿਆ ਨੂੰ ਸੁਣਨਾ ਪਵੇਗਾ। ਫਿਰ ਸਾਡਾ ਪੜ੍ਹਿਆ, ਫਿਰ ਸਾਡਾ ਸੁਣਿਆ ਪ੍ਰਮਾਣ। ਨਹੀਂ ਤੇ ਹਜ਼ੂਰ ਬਾਣੀ 'ਚ ਵੀ ਕਹਿੰਦੇ ਹਨ ਕਿ ਸੇਵਕ ਸਿੱਖ ਪੂਜਣ ਸਭ ਆਵੈ, ਸਭ ਗਾਵੈ ਹਰ ਹਰ ਊਤਮ ਬਾਣੀ। ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਭਾਈ ਗੁਰਦਾਸ ਸਾਹਿਬ ਇਸੇ ਨੂੰ ਕਹਿੰਦੇ ਕਿ ਗਾਏ ਸੁਣੇ ਆਖੇ ਮੀਚੇ, ਪਾਈਏ ਨਾ ਪਰਮ ਪਦ। ਗੁਰ ਉਪਦੇਸ਼ ਗਹਿ ਜੌਲੋ ਨਾ ਕਮਾਈਏ। ਜਿੰਨੀ ਦੇਰ ਗੁਰੂ ਦੇ ਉਪਦੇਸ਼ ਨੂੰ ਚੰਗੀ ਤਰ੍ਹਾਂ ਅੰਦਰ ਧਾਰਨ ਕਰਕੇ ਕਮਾਇਆ ਨਹੀਂ, ਉਨੀ ਦੇਰ ਤੱਕ ਬਾਹਰ ਦਾ ਸੁਣਿਆ ਵੀ ਕਈ ਵਾਰ ਅਣਸੁਣਿਆ ਹੀ ਹੁੰਦਾ ਹੈ। ਸੋ ਅਗਲੇ ਸ਼ਲੋਕ 'ਚ ਕਬੀਰ ਸਾਹਿਬ ਜੀ ਫਰਮਾਨ ਕਰਦੇ ਹਨ, ਇਸਲਾਮਕ ਮਤ ਨਹੀਂ ਔਰ ਕਾਜ਼ੀਆਂ ਹਾਜੀਆਂ ਦੇ ਨਾਲ ਵਿਚਾਰ ਕਰਦੇ ਹੋਏ ਜਾਂ ਉਹਨਾਂ ਨੂੰ ਉਪਦੇਸ਼ ਦਿੰਦੇ ਹੋਏ ਜੋ ਕਬੀਰ ਸਾਹਿਬ ਜੀ ਨੇ ਸਿੱਖਿਆ ਦਿੱਤੀ, ਉਹਦਾ ਜ਼ਿਕਰ ਉਹ ਇਹਨਾਂ ਸ਼ਲੋਕਾਂ 'ਚ ਕਰ ਰਹੇ ਨੇ। ਜਿਵੇਂ ਪਿੱਛੇ ਆਪਾਂ 5 ਸ਼ਲੋਕ ਕਬੀਰ ਜੀ ਦੇ ਵਿਚਾਰੇ ਸਨ, ਜਿਨ੍ਹਾਂ 'ਚ ਉਹਨਾਂ ਨੇ ਇਸਲਾਮ ਮਤ ਨੂੰ ਸਾਹਮਣੇ ਰੱਖ ਕੇ ਉਪਦੇਸ਼ ਦਿੱਤਾ। ਇੱਥੇ ਕਬੀਰ ਜੀ ਫਰਮਾਨ ਕਰਦੇ ਹਨ, ਕਬੀਰ ਹਜ ਕਾਬੇ ਹੋਂ ਜਾਏ ਥਾ, ਅੱਗੇ ਮਿਲਿਆ ਖੁਦਾਏ। ਕਬੀਰ ਸਾਹਿਬ ਕਹਿੰਦੇ ਹਜ ਦੇ ਲਈ ਅਸੀਂ ਵੀ ਕਾਬੇ ਵੱਲ ਗਏ ਤੇ ਅੱਗੇ ਸਾਨੂੰ ਖੁਦਾ ਮਿਲ ਪਿਆ। ਹੁਣ ਇੱਦਾਂ ਦੇ ਇਹ ਜਿਹੜੇ ਸ਼ਬਦ ਹਨ ਕਬੀਰ ਸਾਹਿਬ ਜੀ ਦੇ ਵੀ, ਜਾਂ ਆਪਾਂ ਗੁਰੂ ਸਾਹਿਬ ਦੀ ਬਾਣੀ ਦੇ ਵੀ ਪੜ੍ਹਦੇ ਹਾਂ, ਬਹੁਤ ਸਾਰੀਆਂ ਗੱਲਾਂ ਐਸੀਆਂ ਹਨ ਜਿਹੜੀਆਂ ਮਹਾਰਾਜ ਨੇ ਪ੍ਰਤੱਖ ਆਪਣੇ ਆਪ 'ਤੇ ਟੁਕਾ ਕੇ ਜਾਂ ਆਪਣੇ ਆਪ ਨੂੰ ਸੰਬੋਧਨ ਕਰਦੇ ਹੋਏ ਜਾਂ ਆਪਣੇ ਰਾਹੀਂ ਸਾਨੂੰ ਉਹਨਾਂ ਨੇ ਕਹੀਆਂ ਹਨ। ਇਹ ਅਸਲ ਦੇ ਵਿੱਚ ਕਵਿਤਾ ਦਾ ਇੱਕ ਤਰੀਕਾ ਹੈ। ਕਈ ਤਰੀਕਿਆਂ ਨੂੰ ਸਾਹਮਣੇ ਰੱਖ ਕੇ ਗੁਰੂ ਮਹਾਰਾਜ ਨੇ ਬਾਣੀ 'ਚ ਉਪਦੇਸ਼ ਤੇ ਸੰਦੇਸ਼ ਦਿੱਤੇ ਹਨ। ਉਹਨਾਂ ਤਰੀਕਿਆਂ 'ਚੋਂ ਇੱਕ ਤਰੀਕਾ ਇਹ ਵੀ ਹੈ, ਦੂਜੇ ਨੂੰ ਗੁਰੂ ਸਮਝਾਉਂਦਿਆਂ ਕਹਿੰਦੇ ਹਨ ਕਿ ਇਹ ਕਰਮ ਮੈਂ ਖੁਦ ਕੀਤੇ ਨੇ। ਕਿਧਰੇ ਤੇ ਉਹ ਕਰਮ ਕਰਨ ਦੇ ਲਈ ਕਿਹਾ ਕਿ ਇਹ ਉੱਤਮ ਕਰਮ ਨੇ, ਤੂੰ ਵੀ ਕਰ। ਕਿਧਰੇ ਕਿਹਾ ਗਿਆ ਇਹਨਾਂ ਕਰਮਾਂ ਦਾ ਕੋਈ ਲਾਭ ਨਹੀਂ, ਮੈਂ ਬੜਾ ਕੁਝ ਕਰਕੇ ਵੇਖ ਲਿਆ, ਤੂੰ ਨਾ ਵਿਅਰਥ ਸਮਾਂ ਗਵਾ ਤੇ ਇਹ ਕਰਮ ਛੱਡ। ਜਿਵੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ ਹਨ, ਜਿੱਥੇ ਉਹ ਕਹਿੰਦੇ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, ਪੰਚ ਜਨਾ ਸਿਉ ਸਾਂਗ ਨਾ ਛੁਟਕਿਓ, ਅਧਿਕ ਅਹੰ ਬੁੱਧ ਬਾਧੇ, ਪਿਆਰੇ ਇਨ ਬਿਦ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਹੁਣ ਉਹ ਗੁਰੂ ਆਪਣੇ ਆਪ 'ਤੇ ਢੁਕਾ ਕੇ ਗੱਲ ਕਰ ਰਹੇ ਨੇ ਕਿ ਅਸੀਂ ਬੜੇ ਪਾਠ ਵੀ ਕਰਕੇ ਵੇਖ ਲਏ ਨੇ, ਵੇਦ ਵੀ ਪੜ੍ਹ ਕੇ ਵਿਚਾਰ ਕੇ ਵੇਖ ਲਏ ਨੇ, ਔਰ ਜੋਗੀਆਂ ਵਾਲੇ ਜਿਹੜੇ ਪੁੱਠੇ ਸਿੱਧੇ ਆਸਣ ਨੇ ਉਹ ਵੀ ਬੜੇ ਕਰਕੇ ਵੇਖ ਲਏ ਨੇ, ਤੇ ਪੰਜ ਜਨਾਂ ਸਿਓ ਸੰਗ ਨਾ ਛੁਟਕਿਓ, ਇਹਨਾਂ ਦੇ ਨਾਲ ਪੰਜਾਂ ਵਿਕਾਰਾਂ ਤੋਂ ਸੰਗ ਨਹੀਂ ਛੁੱਟਦਾ। ਜਾਂ ਅੱਗੇ ਸ਼ਬਦ ਅੰਦਰ ਗੁਰੂ ਸਾਹਿਬ ਨੇ ਕਈ ਹੋਰ ਉਦਾਹਰਨਾਂ ਦ੍ਰਿਸ਼ਟਾਂਤ ਦਿੱਤੀਆਂ, ਜਿਹੜੇ ਉਸ ਵਕਤ ਤੇ ਕਰਮ ਕਾਂਡ ਪ੍ਰਚਲਿਤ ਸਨ, ਸਾਰਿਆਂ ਦੀ ਗੱਲ ਉਹਨਾਂ ਨੇ ਕੀਤੀ। ਤੇ ਮਹਾਰਾਜ ਕਹਿੰਦੇ ਮੈਂ ਕੀਏ ਕਰਮ ਅਨੇਕਾਂ, ਪਿਆਰੇ ਇਨ ਬਿਦ ਮਿਲਣ ਨਾ ਜਾਏ। ਅਸੀਂ ਬੜੇ ਕਰਮ ਕਰਕੇ ਵੇਖ ਲਏ ਨੇ ਪਿਆਰਿਆ, ਇਹਨਾਂ ਕਰਮਾਂ ਦੇ ਨਾਲ ਰੱਬ ਦਾ ਮਿਲਾਪ ਹਾਸਲ ਨਹੀਂ ਹੋ ਸਕਦਾ। ਹੁਣ ਇਹਦਾ ਇਹ ਮਤਲਬ ਨਹੀਂ ਹੈ ਕਿ ਗੁਰੂ ਅਰਜਨ ਸਾਹਿਬ ਕੋਈ ਜੋਗੀਆਂ ਦੀ ਤਰ੍ਹਾਂ ਪੁੱਠੇ ਸਿੱਧੇ ਆਸਨ ਕਰਦੇ ਰਹੇ, ਜਾਂ ਮੋਨ ਭਇਓ ਕਰਵਾਤੀ ਰਹਿਓ, ਨਗਨ ਫਿਰਿਓ ਬਨ ਮਾਹੇ, ਕਿ ਉਹ ਸ਼ਾਇਦ ਨਗਨ ਫਿਰਿਓ ਬਨ ਮਾਹੇ ਦਾ ਬਿਨਾਂ ਕੱਪੜਿਆਂ ਤੋਂ ਫਿਰਦੇ ਰਹੇ, ਜਾਂ ਉਹਨਾਂ ਨੇ ਕੋਈ ਹੋਰ ਮੋਨ ਧਾਰ ਕੇ ਸਮਾਧੀਆਂ ਲਗਾਈਆਂ। ਉਹ ਕੇਵਲ ਇੱਕ ਕਹਿਣ ਦਾ ਤਰੀਕਾ ਹੈ, ਇੱਕ ਤਰੀਕਾ ਹੈ। ਜਿਵੇਂ ਇੱਕ ਗੁਰੂ ਅਮਰਦਾਸ ਸਾਹਿਬ ਜੀ ਦਾ ਬਚਨ ਹੈ, ਉਹ ਕਹਿੰਦੇ ਵੇਸੀ ਸ਼ੌ ਨਾ ਪਾਈ ਹੈ, ਇੱਕ ਸੁਹਾਗਣ ਤੇ ਇੱਕ ਦੁਹਾਗਣ। ਉਹਨਾਂ ਦੀ ਗੱਲ ਕਰਦਿਆਂ ਹੋਇਆਂ ਤੇ ਜਿਹੜੀ ਰੱਬ ਤੋਂ ਟੁੱਟੀ ਹੋਈ ਜੀਵ ਆਤਮਾ ਹੈ, ਜਾਂ ਉਹ ਬੰਦਾ ਜਿਹਦਾ ਸਾਰੇ ਦਾ ਸਾਰਾ ਜ਼ੋਰ ਹੀ ਭੇਖਾਂ ਪਹਿਰਾਵਿਆਂ ਤੇ ਲੱਗਿਆ ਹੋਇਆ ਹੈ,
ਉਹਨੂੰ ਸੰਬੋਧਨ ਕਰਦਿਆਂ ਹੋਇਆਂ ਗੁਰੂ ਅਮਰਦਾਸ ਇਹ ਕਹਿੰਦੇ ਨੇ ਕਿ ਇਹਨਾਂ ਭੇਖਾਂ ਪਹਿਰਾਵਿਆਂ ਦੇ ਨਾਲ ਰੱਬ ਨਹੀਂ ਉਹ ਮਿਲਦਾ, ਮੈਂ ਬੜੇ ਭੇਖ ਧਾਰਨ ਕਰਕੇ ਵੇਖ ਲਏ ਨੇ। ਹੁਣ ਉਹ ਇੱਕ ਉਦਾਹਰਨ ਮਾਤਰ ਗੱਲ ਹੈ। ਵੇਸੀ ਸ਼ੌ ਨਾ ਪਾਈਐ ਕਰ ਕਰ ਵੇਸ ਰਹੀ, ਨਾਨਕ ਤਿੰਨੀ ਸ਼ੌ ਪਾਇਆ ਜਿਨ ਗੁਰ ਕੀ ਸਿੱਖ ਸੁਣੀ। ਹੁਣ ਉੱਥੇ ਜਿਹੜੀ ਮੁੱਖ ਗੱਲ ਹੈ ਉਹ ਇਹ ਹੈ ਕਿ ਰੱਬ ਉਹਨੂੰ ਮਿਲਦਾ ਹੈ ਜਿਹਨੇ ਗੁਰੂ ਦੀ ਸਿੱਖਿਆ ਨੂੰ ਸੁਣਿਆ ਹੈ। ਬਾਕੀ ਭੇਖ ਪਹਿਰਾਵੇ ਤੇ ਬੜੇ ਲੋਕ ਕਰੀ ਫਿਰਦੇ ਨੇ, ਭੇਖਾਂ ਦੇ ਨਾਲ ਗੱਲ ਕੋਈ ਨਹੀਂ ਬਣਦੀ। ਹੁਣ ਉੱਥੇ ਗੁਰੂ ਦਾ ਉਪਦੇਸ਼ ਸੁਣਨ ਦੀ ਮੂਲ ਗੱਲ ਕੀਤੀ ਹੈ, ਬਾਕੀ ਗੱਲਾਂ ਉਹਦੀ ਵਿਆਖਿਆ ਦੇ ਲਈ ਹਨ। ਗੁਰੂ ਅਰਜਨ ਸਾਹਿਬ ਦੇ ਸ਼ਬਦ ਅੰਦਰ ਵੀ ਪਿਆਰੇ, ਇਨ ਬਿਦ ਮਿਲਨ ਨਾ ਜਾਈ ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸੁਆਮੀ ਕੈ ਦੁਆਰੇ ਦੀਜੈ ਬੁੱਧ ਵਿਵੇਕਾ। ਮੁੱਖ ਗੱਲ ਇਹ ਹੈ ਕਿ ਗੁਰੂ ਕੋਲ ਆ ਕੇ ਵਿਵੇਕਤਾ ਪ੍ਰਾਪਤ ਕਰ, ਗੱਲ ਉਹਦੇ ਸਹਾਰੇ ਬਣਨੀ ਹੈ। ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ। ਉੱਥੇ ਵੀ ਗੱਲ ਹੈ ਕਿ ਹਰੀ ਦੀ ਕੀਰਤੀ ਕਰਨ ਦਾ ਉੱਤਮ ਅਸਥਾਨ ਸਤ ਸੰਗਤ। ਤੂੰ ਸੰਗਤ 'ਚ ਜੁੜ ਕੇ ਰੱਬ ਦਾ ਨਾਮ ਧਿਆ, ਕਿਹੜੇ ਬਾਹਰ ਦੇ ਕਰਮ ਕਾਂਡਾਂ 'ਚ ਪਿਆ ਹੈ। ਗੱਲਾਂ ਮਹਾਰਾਜ ਨੇ ਆਪਣੇ ਆਪ 'ਤੇ ਢੁਕਾ ਕੇ ਕਈਆਂ ਨੇ, ਪਰ ਕਈਆਂ ਸਾਡੇ ਲਈ ਹਨ। ਜਿਵੇਂ ਹੋਰ ਇਸ ਚੀਜ਼ ਨੂੰ ਆਪਾਂ ਡੀਪਲੀ ਸਮਝ ਸਕਦੇ ਹਾਂ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇੱਕ ਸ਼ਬਦ ਹੈ, ਉੱਥੇ ਉਹ ਕਹਿੰਦੇ ਮਾਈ ਮਨ ਮੇਰੋ ਬਸ ਨਾਹੀਂ, ਨਿਸ ਬਾਸਰ ਬਿਖਿਆਨ ਕੋ ਧਾਵਤ ਕਿਤ ਬਿਦ ਰੋਕੂ ਤਾਹੀਂ। हे ਮੇਰੀ ਮਾਂ ਮਾਈ, ਮਨ ਮੇਰੋ ਬਸ ਨਾਹੀਂ, ਮੇਰਾ ਮਨ ਵਸ 'ਚ ਨਹੀਂ ਹੈ, ਕਾਬੂ 'ਚ ਨਹੀਂ ਹੈ। ਨਿਸ ਬਾਸਰ ਬਿਖਿਆਨ ਕੋ ਧਾਵਤ ਕਿਤ ਬਿਦ ਰੋਕੂ ਤਾਹੀਂ, ਦਿਨ ਰਾਤ ਇਹ ਵਿਸ਼ਿਆਂ ਵਿਕਾਰਾਂ ਵਾਲੇ ਪਾਸੇ ਭਟਕਦਾ, ਮੈਂ ਇਹਨੂੰ ਕਿੱਦਾਂ ਰੋਕਾਂ, हे ਮਾਂ ਮੈਨੂੰ ਦੱਸ। ਹੁਣ ਇਹਦਾ ਇਹ ਮਤਲਬ ਨਹੀਂ ਹੈ ਕਿ ਸ਼ਾਇਦ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕੋਈ ਮਨ ਹੀ ਵਸ 'ਚ ਨਹੀਂ ਸੀ ਤੇ ਉਹ ਦਿਨ ਰਾਤ ਵਿਸ਼ਿਆਂ ਵਿਕਾਰਾਂ ਵਾਲੇ ਪਾਸੇ ਉਹਨਾਂ ਦਾ ਮਨ ਭਟਕਦਾ ਸੀ, ਨਹੀਂ। ਇਹ ਉਹਨਾਂ ਨੇ ਸਾਡੀ ਗੱਲ ਕੀਤੀ ਹੈ, ਗੱਲ ਆਪਣੇ ਰਾਹੀਂ ਕੀਤੀ ਗਈ ਹੈ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਦੀ ਇੱਕ ਪੌੜੀ ਆਪਾਂ ਪੜ੍ਹਦੇ ਹਾਂ, ਅਪਰਾਧੀ ਗੁਨਾਹਗਾਰ ਹੋਂ ਬੇਮੁਖ ਮੰਦਾ, ਚੋਰ ਜਾਰ ਜਵਾਰ ਹੋਂ। ਭਾਈ ਗੁਰਦਾਸ ਸਾਹਿਬ ਉਹ ਆਪਣੇ ਆਪ 'ਤੇ ਕਹਿੰਦੇ ਠੱਗ ਦੇਸ਼ ਠਗੰਦਾ, ਨਿੰਦਕ ਦੁਸ਼ਟ ਹਰਾਮ ਖੋਰ, ਸਾਰਾ ਕੁਝ ਉਹ ਆਪਣੇ ਆਪ ਦੇ ਲਈ ਵਰਤਦੇ। ਪਰ ਇਹਦਾ ਇਹ ਮਤਲਬ ਨਹੀਂ ਕਿ ਅਸੀਂ ਕਹੀਏ ਜੀ ਭਾਈ ਗੁਰਦਾਸ ਤੇ ਬੜੇ ਗੁਨਾਹਗਾਰ ਨੇ, ਉਹ ਆਪ ਮੰਨ ਰਹੇ ਨੇ ਮੈਂ ਠੱਗ ਵੀ ਹਾਂ, ਮੈਂ ਚੋਰ ਵੀ ਹਾਂ, ਮੈਂ ਵਿਕਾਰੀ ਵੀ ਹਾਂ। ਉਹ ਇੱਕ ਗੱਲ ਕਹਿਣ ਦਾ ਤਰੀਕਾ ਹੈ, ਸਾਰੀ ਗੱਲ ਸਮਝਾਉਣ ਦਾ ਉਹ ਤਰੀਕਾ ਹੈ ਕਿ ਗੁਰੂ ਕੋਲ ਜਦੋਂ ਆਉਣਾ ਹੰਕਾਰੀ ਬਣ ਕੇ ਨਹੀਂ ਆਉਣਾ, ਨਿਮਾਣੇ ਬਣ ਕੇ ਆਉਣਾ। ਮਹਾਰਾਜ ਮੈਂ ਬੜਾ ਗੁਨਾਹਗਾਰ ਹਾਂ, ਸਿਮਰ ਮੁਰੀਦਾਂ ਢਾਡੀਆਂ ਸਤਿਗੁਰ ਬਖਸ਼ਣ ਦਾ, ਤੁਸੀਂ ਬਖਸ਼ਣਹਾਰੋ, ਮੇਰੇ ਵਰਗੇ ਗੁਨਾਹਗਾਰ ਨੂੰ ਬਖਸ਼ੋ। ਸੋ ਕਬੀਰ ਸਾਹਿਬ ਵੀ ਇਸੇ ਤਰ੍ਹਾਂ ਇੱਕ ਉਦਾਹਰਨ ਮਾਤਰ ਗੱਲ ਕਰ ਰਹੇ, ਕਹਿੰਦੇ ਕਬੀਰ ਹਜ ਕਾਬੇ ਹੋਂ ਜਾਏ ਥਾ, ਆਗਿਆ ਮਿਲਿਆ ਖੁਦਾਏ। ਜਿਵੇਂ ਕਾਜੀ ਦੇ ਨਾਲ ਜਾਂ ਕਿਸੇ ਹਜ ਜਾਣ ਵਾਲੇ ਹਾਜੀ ਦੇ ਨਾਲ ਕਬੀਰ ਜੀ ਗੱਲ ਕਰਦੇ, ਉਹ ਕਹਿੰਦਾ ਮੈਂ ਹਜ 'ਤੇ ਚੱਲਿਆ, ਅਤੇ ਕਬੀਰ ਸਾਹਿਬ ਕਹਿੰਦੇ ਹਜ 'ਤੇ ਮੈਂ ਵੀ ਗਿਆ ਸੀ, ਪਰ ਅੱਗੇ ਮੈਨੂੰ ਖੁਦਾ ਮਿਲ ਪਿਆ। ਉਹ ਬੜਾ ਹੈਰਾਨ, ਕਹਿਣ ਲੱਗਾ ਜੀ ਖੁਦਾ ਮਿਲਿਆ ਅਤੇ ਖੁਦਾ ਨੇ ਫਿਰ ਤੁਹਾਨੂੰ ਕੀ ਕਿਹਾ? ਕਬੀਰ ਸਾਹਿਬ ਕਹਿੰਦੇ ਕਹਿਣਾ ਕੀ ਸੀ, ਮੈਂ ਸੋਚਿਆ ਸ਼ਾਇਦ ਖੁਦਾ ਮੇਰਾ ਕਾਬੇ ਹੱਜ ਜਾਣ ਦਾ ਕਰਮ ਵੇਖ ਕੇ ਤੇ ਮੇਰੇ ਤੇ ਹੋਵੇਗਾ ਬੜਾ ਖੁਸ਼, ਪਰ ਗੱਲ ਉਲਟੀ ਪੈ ਗਈ। ਖੁਦਾ ਦੀ ਖੁਸ਼ੀ ਨਹੀਂ ਮਿਲੀ, ਬਲਕਿ ਖੁਦਾ ਦੀਆਂ ਤੇ ਝਿੜਕਾਂ ਮਿਲ ਪਈਆਂ। ਕਬੀਰ ਸਾਹਿਬ ਕਹਿੰਦੇ ਹਾਜੀ ਖੁਦਾ, ਮੈਂ ਵੀ ਕਾਬੇ ਵਾਲੇ ਪਾਸੇ ਗਿਆ ਸੀ, ਅੱਗੇ ਖੁਦਾ ਮਿਲ ਪਿਆ, ਪਰ ਖੁਦਾ ਦੀ ਖੁਸ਼ੀ ਨਹੀਂ ਮਿਲੀ, ਖੁਦਾ ਦੀਆਂ ਝਿੜਕਾਂ ਮਿਲੀਆਂ ਨੇ। ਉਹ ਕਹਿਣ ਲੱਗਾ ਖੁਦਾ ਨੇ ਤੁਹਾਨੂੰ ਝਿੜਕਾਂ ਕਿਉਂ ਮਾਰੀਆਂ? ਤੇ ਕਬੀਰ ਸਾਹਿਬ ਕਹਿਣ ਲੱਗੇ ਜਿਹੜੇ ਮੈਂ ਖੁਦਾ ਦਾ ਨਾਮ ਵਰਤ ਕੇ ਕਰਮ ਕਰਦਾ ਸੀ ਨਾ, ਉਹਨਾਂ ਕਰਮਾਂ ਕਰਕੇ ਝਿੜਕਾਂ ਪਈਆਂ, ਕਿਉਂਕਿ ਮੈਂ ਖੁਦਾ ਦੇ ਨਾਮ ਨੂੰ ਮਿਸਯੂਜ਼ ਕਰਦਾ ਸੀ, ਗਲਤ ਵਰਤ ਕੇ ਕਰਮ ਆਪਣੀ ਮਰਜ਼ੀ ਦੇ ਕਰਨੇ, ਨਾ ਖੁਦਾ ਦਾ ਲੈ ਦੇਣਾ। ਅਕਸਰ ਅੱਜ ਦੇ ਸਮੇਂ 'ਚ ਵੀ ਬੜਾ ਕੁਝ ਇੱਦਾਂ ਦਾ, ਠੱਗੀਆਂ ਆਪਣੀ ਇੱਛਾ ਆਪਣੇ ਲੋਭ ਨੂੰ ਮੁੱਖ ਰੱਖ ਕੇ ਮਾਰਨੀਆਂ, ਤੇ ਨਾਂ ਵਿੱਚ ਧਰਮ ਦਾ ਲੈ ਕੇ ਰੱਬ ਦਾ ਲੈ ਕੇ ਤੇ ਆਪਣਾ ਕੰਮ ਕਰੀ ਜਾਣਾ। ਕਬੀਰ ਸਾਹਿਬ ਕਹਿੰਦੇ ਹਜ ਕਾਬੇ ਹੋਂ ਜਾਏ ਥਾ, ਅੱਗੇ ਮਿਲਿਆ ਖੁਦਾਏ, ਸਾਈਂ ਮੁਝ ਸਿਉ ਲਰ ਪਰਿਆ, ਤੁਝੈ ਕਿਨ ਫਰਮਾਈ ਗਾਏ।
ਕਹਿੰਦੇ ਸਾਈਂ ਉਲਟਾ ਮੇਰੇ ਨਾਲ ਝਗੜਨ ਲੱਗ ਪਿਆ। ਤੇ ਝਗੜਾ ਇਸ ਗੱਲ ਦਾ ਸੀ, ਉਹ ਕਹਿਣ ਲੱਗਾ ਤੈਨੂੰ ਕਿਹਨੇ ਕਿਹਾ ਸੀ ਤੂੰ ਮੇਰੇ ਨਾਂ ਤੇ ਗਾਵਾਂ ਆਦਿਕ ਦੀ ਬਲੀ ਦੇ, ਜੋ ਮੁਸਲਮਾਨ ਲੋਕ ਕਰਦੇ, ਹਿੰਦੂਆਂ 'ਚ ਵੀ ਬਲੀ ਦੇਣ ਦੀ ਆਪਣੀ ਪ੍ਰਥਾ ਹੈ, ਇਸਲਾਮ ਅੰਦਰ ਵੀ ਆਪਣੀ ਪ੍ਰਥਾ ਹੈ। ਤੇ ਉਹ ਹੁਣ ਖੁਦਾ ਦਾ ਨਾਮ ਦੇ ਕੇ ਬਲੀ ਦਿੰਦੇ ਹਨ, ਜਾਂ ਬਕਰੀਦ ਤੇ ਬੱਕਰੇ ਵੱਢਦੇ ਨੇ, ਤੇ ਬਾਅਦ 'ਚ ਖਾਂਦਾ ਕੌਣ ਆ? ਖੁਦਾ ਥੋੜ੍ਹਾ ਖਾ ਰਿਹਾ, ਖਾ ਤੇ ਉਹੀ ਰਹੇ ਨੇ ਜਿਹੜੇ ਵੱਢ ਰਹੇ ਹਨ। ਨਾ ਖੁਦਾ ਦਾ ਲਵੋ ਤੇ ਬਣਾ ਕੇ ਗੋਸ਼ਟ ਆਪ ਖਾਵੋ, ਤੇ ਕਰਮ ਆਪਣੀ ਮਰਜ਼ੀ ਦੇ ਕਰੀ ਜਾਓ, ਬਦਨਾਮੀ ਖੁਦਾ ਦੀ। ਕਬੀਰ ਸਾਹਿਬ ਕਹਿੰਦੇ ਉਹ ਮਾਲਕ ਮੇਰੇ ਤੇ ਖੁਦਾ ਖੁਸ਼ ਨਹੀਂ ਹੋਇਆ, ਬਲਕਿ ਖੁਦਾ ਤੇ ਮੇਰੇ ਨਾਲ ਉਲਟਾ ਝਗੜ ਪਿਆ। ਤੁਝ ਕਿਨ ਫਰਮਾਈ ਗਾਏ, ਤੈਨੂੰ ਕਿਹਨੇ ਕਿਹਾ ਸੀ ਤੂੰ ਮੇਰੇ ਨਾਂ ਤੇ ਗਾਵਾਂ ਦੀ ਬਲੀ ਦੇ। ਅਗਲੇ ਸ਼ਲੋਕ 'ਚ ਫੇਰ ਕਹਿੰਦੇ ਕਬੀਰ ਹਜ ਕਾਬੇ ਹੋਏ ਹੋਏ ਗਿਆ, ਕੇਤੀ ਬਾਰ ਕਬੀਰ। ਕਬੀਰ ਜੀ ਕਹਿੰਦੇ ਇੱਕ ਵਾਰ ਨਹੀਂ, ਪਤਾ ਨਹੀਂ ਕਿੰਨੀ ਵਾਰ ਅਸੀਂ ਹਜ ਕਰਨ ਦੇ ਲਈ ਕਾਬੇ ਗਏ, ਕਈ ਵਾਰ ਗਏ। ਪਰ ਸਾਈਂ ਮੁਝ ਮੈਂ ਕਿਆ ਖਤਾ, ਮੁਖੋਂ ਨਾ ਬੋਲੇ ਪੀਰ। ਪਤਾ ਨਹੀਂ ਉਹ ਸਾਈਂ, ਉਹ ਖੁਦਾ, ਕਿਹੜੀ ਉਹਦੀ ਮੇਰੇ ਨਾਲ ਨਾਰਾਜ਼ਗੀ ਹੈ ਕਿ ਉਹ ਕਦੇ ਵੀ ਮੇਰੇ ਨਾਲ ਪ੍ਰਸੰਨ ਹੋ ਕੇ ਖੁਸ਼ ਹੋ ਕੇ ਸਾਈਂ ਨਹੀਂ ਬੋਲਿਆ। ਇਹਨਾਂ ਦਾ ਸ਼ਲੋਕਾਂ ਦਾ ਕਹਿਣ ਦਾ ਭਾਵ ਕਬੀਰ ਸਾਹਿਬ ਦਾ ਇਹ ਹੈ ਕਿ ਤੁਸੀਂ ਹੁਣ ਹਜ ਕਾਬੇ ਤੇ ਬੜੀ ਵਾਰ ਗਏ ਜੇ, ਪਰ ਖੁਦਾ ਦੀ ਖੁਸ਼ੀ, ਖੁਦਾ ਦੀ ਰਹਿਮਤ, ਉਹ ਇਲਾਹੀ ਨਦਰ ਤੇ ਤੁਹਾਨੂੰ ਪ੍ਰਾਪਤ ਨਹੀਂ ਨਾ ਹੋਈ। ਠੀਕ ਹੈ, ਯਾਤਰਾ ਕੀਤੀ, ਗਏ ਤੇ ਪਰਤ ਆਏ, ਜਿੱਦਾਂ ਦੇ ਗਏ ਉੱਦਾਂ ਦੇ ਵਾਪਸ ਆ ਗਏ। ਜੀਵਨ ਅੰਦਰ ਤਾਂ ਕੋਈ ਬਦਲਾਅ ਨਹੀਂ ਆਇਆ, ਜੀਵਨ ਅੰਦਰ ਤਾਂ ਕੋਈ ਤਬਦੀਲੀ ਨਹੀਂ ਆਈ। ਪਹਿਲਾਂ ਵੀ ਉਸੇ ਤਰ੍ਹਾਂ ਖੁਦਾ ਦੇ ਨਾਂ ਦੀਆਂ ਠੱਗੀਆਂ ਸਨ, ਹੁਣ ਵੀ ਉਸੇ ਤਰ੍ਹਾਂ ਦੀਆਂ। ਜਿਹੜੀ ਗੱਲ ਸਤਿਗੁਰੂ ਤੀਰਥ ਯਾਤਰਾ ਦੀ ਵੀ ਕਰਦੇ ਨੇ ਕਿ ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ। ਜਿੱਦਣ ਤੁਰੇ ਸੀ ਤੇ ਉਦਣ ਵੀ ਮਨ 'ਚ ਖੋਟ ਸੀ ਤੇ ਤਨ ਚੋਰ ਸੀ। ਜਿਸ ਦਿਨ ਪਰਤ ਕੇ ਆਏ ਤੇ ਉਦਣ ਵੀ ਮਨ ਖੋਟੇ ਤੇ ਚੋਰ। ਫਰਕ ਤਾਂ ਕੋਈ ਨਾ ਪਿਆ, ਬਲਕਿ ਅੰਦਰ ਦੇ ਐਬ ਘਟਣ ਦੀ ਬਜਾਏ ਵੱਧ ਜ਼ਰੂਰ ਗਏ। ਹੁਣ ਤੀਰਥ ਯਾਤਰੀ ਹੋਣ ਦਾ ਹੰਕਾਰ ਇੱਕ ਨਾਲ ਹੋਰ ਜੁੜ ਗਿਆ ਜੀ, ਮੈਂ ਤੀਰਥ ਯਾਤਰੀ ਹਾਂ। ਗੱਲ ਉੱਥੇ ਦੀ ਉੱਥੇ, ਤੇ ਉੱਥੇ ਵੀ ਮਹਾਰਾਜ ਨੇ ਕਿਹਾ ਕਿ ਸਾਧ ਭਲੇ ਅਣਨਾਤਿਆਂ, ਚੋਰ ਸੇ ਚੋਰਾਂ ਚੋਰ। ਸਾਧ ਗੁਰਮੁਖ ਭਲਾ ਬੰਦਾ, ਤੇ ਭਾਵੇਂ ਕਿਸੇ ਤੀਰਥ ਤੇ ਜਾ ਕੇ ਨਾ ਨਹਾਵੇ ਉਹ ਤਾਂ ਵੀ ਭਲਾ, ਤੇ ਠੱਗ ਚੋਰ ਜਿੰਨਿਆਂ ਮਰਜ਼ੀ ਤੀਰਥਾਂ ਤੇ ਜਾ ਕੇ ਟੁੱਬੀਆਂ ਲਾ ਕੇ ਵਾਪਸ ਪਰਤ ਆਵੇ, ਉਹ ਫੇਰ ਉਸੇ ਤਰ੍ਹਾਂ ਦਾ ਠੱਗ ਤੇ ਚੋਰ ਹੀ ਰਹਿੰਦਾ। ਇੱਕ ਜਗ੍ਹਾ ਤੇ ਹੋਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ, ਜਿੱਥੇ ਮਹਾਰਾਜ ਕਹਿੰਦੇ ਬਹੁਰ ਕਮਾਵੈ ਹੋਏ ਨਿਸੰਕ। ਬੰਦਾ ਕੀ ਕਰਦਾ ਹੈ? ਤੀਰਥਾਂ ਤੇ ਜ਼ਰੂਰ ਜਾਂਦਾ ਹੈ, ਪਰ ਆਪਣੇ ਆਪ ਨੂੰ ਬਦਲਦਾ ਕੋਈ ਨਹੀਂ ਹੈ। ਜੀਵਨ ਉੱਥੇ ਦਾ ਉੱਥੇ ਹੀ ਖਲੋਤਾ ਰਹਿੰਦਾ ਹੈ, ਬਲਕਿ ਮਨ 'ਚ ਇੱਕ ਭਰਮ ਜ਼ਰੂਰ ਬਣ ਗਿਆ ਜੀ, ਮੈਂ ਤੀਰਥ ਤੇ ਜਾ ਕੇ ਟੁਬਕੀ ਲਗਾਈ ਤੇ ਮੇਰੇ ਪਾਪ ਧੋਤੇ ਗਏ ਹਨ। ਮਨ ਮੈਲਾ ਸਭ ਕਿਛ ਹੈ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਪਰ ਬੰਦਾ ਸੋਚਦਾ ਸ਼ਾਇਦ ਮੈਂ ਜਾ ਕੇ ਟੁਬਕੀ ਲਗਾਈ, ਜਾਂ ਹਾਜੀ ਨੇ ਸੋਚਿਆ ਜੀ ਅਸੀਂ ਕਾਬੇ ਦੀ ਯਾਤਰਾ ਕਰ ਆਏ ਤੇ ਹੁਣ ਸਾਡੇ ਤੇ ਸਾਰੇ ਦੇ ਸਾਰੇ ਗੁਨਾਹ ਬਖਸ਼ੇ ਗਏ। ਪਿਛਲਿਆਂ ਤੇ ਲਕੀਰ ਫਿਰ ਗਈ ਹੈ ਤੇ ਅੱਗੋਂ ਫੇਰ ਕਮਾਉਣ ਲੱਗ ਜਾਵੋ, ਕੋਈ ਫਰਕ ਨਹੀਂ ਹੈ। ਜਿੱਦਾਂ ਪਹਿਲਾਂ ਸੀ ਗੱਲ, ਫੇਰ ਉੱਦਾਂ ਹੀ ਕਮਾਈ ਜਾਓ। ਜੀਵਨ ਅੰਦਰ ਕੋਈ ਤਬਦੀਲੀ ਨਹੀਂ। ਤੇ ਕਬੀਰ ਸਾਹਿਬ ਕਹਿੰਦੇ ਜੇ ਜੀਵਨ ਅੰਦਰ ਤਬਦੀਲੀ ਨਹੀਂ ਹੈ, ਫਿਰ ਤੇ ਜਿੰਨੇ ਮਰਜ਼ੀ ਗੇੜੇ ਲਾਈ ਜਾਓ। ਜਿਵੇਂ ਗੁਰੂ ਸਾਹਿਬ ਦੇ ਉਹ ਬਚਨ ਵੀ ਪੜ੍ਹਦੇ ਆ ਨਾ, ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਓ, ਉਸ ਨੂੰ ਸੁੱਖ ਨਾ ਉਪਜਾ, ਭਾਵੇਂ 100 ਗੇੜਾ ਹੋ ਜਾ। ਅਸੀਂ ਵੀ ਜਿੰਨੇ ਮਰਜ਼ੀ, ਇਹ ਨਹੀਂ ਕਿ ਜੇ ਅਸੀਂ ਕਹਿ ਦਈਏ ਗੱਲਾਂ ਤੇ ਕਾਜੀ ਦੇ ਲਈ, ਹਾਜੀ ਦੇ ਲਈ, ਹਿੰਦੂ ਦੇ ਲਈ, ਪੰਡਤ ਦੇ ਲਈ ਨਹੀਂ ਲਈ ਹਨ ਤੇ ਸਾਡੇ ਲਈ ਨਹੀਂ ਹਨ, ਅਸੀਂ ਵੀ ਉਸੇ ਵਿੱਚੋਂ ਹਾਂ। ਇਹ ਸਰਬ ਸਾਂਝਾ ਉਪਦੇਸ਼ ਹੈ ਕਿ ਜੇ ਬਸ ਉਹ ਕੋਲੂ ਦੇ ਬਲਦ ਦੀ ਤਰ੍ਹਾਂ ਕੇਵਲ ਚੱਕਰ ਹੀ ਕੱਟਣ ਤੇ ਲੱਗੇ ਹੋਏ ਹਾਂ ਤੇ ਅੱਗੇ ਵਧ ਹੀ ਕੋਈ ਨਹੀਂ ਰਹੇ ਹਾਂ, ਤੇ ਫਿਰ ਜੀਵਨ ਦੇ ਅੰਦਰ ਕੀ ਤਬਦੀਲੀ ਆਏਗੀ? ਜਿੱਥੋਂ ਸਵੇਰੇ ਤੁਰੇ ਸਾਂ ਸ਼ਾਮ ਨੂੰ ਵੀ ਉੱਥੇ ਦੇ ਉੱਥੇ ਹੀ ਆ, ਕਿਉਂਕਿ ਉਸੇ ਕਿੱਲੇ ਦੇ ਦੁਆਲੇ ਚੱਕਰ ਕੱਟੇ ਜਾ ਰਹੇ ਹਨ। ਕਬੀਰ ਜੀ ਕਹਿੰਦੇ ਬੜੀ ਵਾਰ ਕੱਜ ਹਾਜੀ ਗਿਆ ਕਾਬੇ ਹੱਜ ਦੇ ਲਈ, ਪਰ ਖੁਦਾ ਨੇ ਇੱਕ ਵਾਰ ਵੀ ਪ੍ਰਸੰਨ ਹੋ ਕੇ ਮੁਖ ਤੋਂ ਅਸੀਸ ਵਾਲੇ ਬੋਲ ਨਹੀਂ ਬੋਲੇ। ਉਹਦਾ ਕਾਰਨ ਕੀ ਆ? ਕਿਉਂ ਖੁਦਾ ਦੀ ਰਹਿਮਤ ਨਹੀਂ ਮਿਲ ਰਹੀ ਹੈ? ਉਹਦਾ ਜ਼ਿਕਰ ਅੱਗੇ ਕਬੀਰ ਸਾਹਿਬ ਕਹਿੰਦੇ ਕਬੀਰ ਜੀ ਜੋ ਮਾਰੇ ਜ਼ੋਰ ਕਰ, ਕਹਤੇ ਹੈ ਜੋ ਹਲਾਲ,
ਜਿਹੜੇ ਆਪਣੀ ਜ਼ੋਰ ਆਪਣੀ ਤਾਕਤ ਦੇ ਨਾਲ ਜੀਵਾਂ ਦਾ ਕਤਲ ਕਰਦੇ ਹਨ। ਜਿਵੇਂ ਆਪਾਂ ਔਰੰਗਜ਼ੇਬ ਦਾ ਵੀ ਜ਼ਿਕਰ ਕੀਤਾ ਸੀ ਕਿ ਖੂਨ ਦੀਆਂ ਨਦੀਆਂ ਕਸ਼ਮੀਰ 'ਚ ਵਹਾ ਕੇ ਤੇ ਉਹਦੇ 'ਤੇ ਧਰਮ ਦੀ ਮੋਹਰ ਲਾ ਕੇ ਕਹਿੰਦਾ ਹੈ ਜੀ ਮੈਂ ਸਾਰਾ ਕੁਝ ਧਰਮ ਦੇ ਲਈ ਕਰ ਰਿਹਾ ਹਾਂ। ਕਿੱਥੇ ਧਰਮ ਕਹਿੰਦਾ ਹੈ ਕਿ ਇੱਦਾਂ ਦੂਜਿਆਂ ਦੇ ਖੂਨ ਦੀਆਂ ਨਦੀਆਂ ਵਹਾਓ। ਮਹਾਰਾਜ ਕਹਿੰਦੇ ਜੀ ਜੋ ਮਾਰੇ ਜ਼ੋਰ ਕਰ, ਜਿਹੜੇ ਆਪਣੀ ਤਾਕਤ ਆਪਣੀ ਸੀਨਾ ਜੋਰੀ ਦੇ ਨਾਲ ਜੀਵਾਂ ਨੂੰ ਮਾਰਦੇ ਹਨ। ਕਹਤੇ ਹੈ ਜੋ ਹਲਾਲ, ਤੇ ਕਹਿੰਦੇ ਹਨ ਜੀ ਅਸੀਂ ਹਲਾਲ ਕਰਮ ਹੀ ਕਰ ਰਹੇ ਹਾਂ, ਧਰਮ ਕਰਮ ਹੀ ਕਰ ਰਹੇ ਹਾਂ। ਦਫ਼ਤਰ ਦਈ ਜਬ ਕਾਢ ਹੈ, ਹੋਏਗਾ ਕੌਣ ਹਵਾਲ। ਦਫ਼ਤਰ ਦਈ, ਦਈ ਦਾ ਮਤਲਬ ਹੈ ਦਇਆ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ 'ਚ ਹੋਰ ਵੀ ਕਈ ਵਾਰ ਥੋੜ੍ਹੇ ਮਾਮੂਲੀ ਲਿਖਤੀ ਭੇਦ ਦੇ ਨਾਲ ਆਉਂਦਾ ਹੈ। ਬਹੁਤ ਥਾਵਾਂ 'ਤੇ ਦੱਦਾ ਤੇ ਯਈਆ, ਕਿਸੇ ਜਗ੍ਹਾ 'ਤੇ ਜਈਏ ਦੇ ਬਿਹਾਰੀ ਲੱਗੀ ਹੈ, ਕਿਤੇ ਸਿਹਾਰੀ ਲੱਗੀ ਹੈ, ਕਿਤੇ ਔਂਕੜ ਲੱਗਿਆ ਹੈ। ਉਚਾਰਨ ਕਰੀਬਨ ਸਾਰੀ ਜਗ੍ਹਾ 'ਤੇ ਇਹਦਾ ਦਈ ਹੈ ਤੇ ਇਹਦਾ ਅਰਥ ਹੈ ਦਇਆ ਕਰਨ ਵਾਲਾ ਪਰਮਾਤਮਾ। ਮਹਾਰਾਜ ਕਹਿੰਦੇ ਜਦੋਂ ਉਹ ਅਕਾਲ ਪੁਰਖ ਦੇ ਘਰ ਉਹਦੇ ਦਫ਼ਤਰ ਲੇਖਾ ਦੇਣ ਦਾ ਵਕਤ ਆਵੇਗਾ ਨਾ, ਫਿਰ ਪਤਾ ਲੱਗੇਗਾ ਤੇਰਾ ਕੀ ਹਾਲ ਬਣਦਾ। ਹੁਣ ਤੇ ਤੂੰ ਧਰਮ ਦਾ ਨਾਂ ਲੈ ਕੇ ਤੇ ਪਾਪ ਕਮਾ ਰਿਹਾ ਹੈ, ਜੀਵਾਂ 'ਤੇ ਜ਼ੁਲਮ ਕਰ ਰਿਹਾ ਹੈ, ਜੀਵਾਂ ਦੇ ਖੂਨ ਦੀਆਂ ਨਦੀਆਂ ਵਹਾਉਂਦਾ ਪਿਆ ਹੈ। ਇੱਥੇ ਬੇਸ਼ੱਕ ਤੂੰ ਕਵੇਂ ਮੈਂ ਸਾਰਾ ਕੁਝ ਧਰਮ ਕਰ ਰਿਹਾ, ਧਰਮ ਕਰਮ ਕਰ ਰਿਹਾ ਹਾਂ ਤੇ ਦੁਨੀਆ ਨੂੰ ਭੁਲੇਖਾ ਪਾਈ ਜਾਵੇਂ, ਪਰ ਰੱਬ ਦੇ ਘਰ ਤੇ ਰੱਬ ਦੇ ਸਾਹਮਣੇ ਭੁਲੇਖਾ ਨਹੀਂ ਉਹ ਪਾਇਆ ਜਾ ਸਕਦਾ। ਉੱਥੇ ਤੇ ਕੇਵਲ ਸੱਚ ਦੇ ਆਧਾਰ 'ਤੇ ਗੱਲ ਹੋਣੀ ਹੈ। ਗੁਰੂ ਨਾਨਕ ਸਾਹਿਬ ਆਸਾ ਦੀ ਵਾਰ ਅੰਦਰ ਇਹ ਚੀਜ਼ ਸਮਝਾਉਂਦੇ ਹਨ ਕਿ ਨਾਨਕ ਜੀ ਉਪਾਏ ਕੈ ਲਿਖ ਨਾਵੈ ਧਰਮ ਬਹਾਲਿਆ। ਉੱਥੇ ਸੱਚੇ ਹੀ ਸੱਚ ਨਿਬੜੈ। ਤੇ ਉਹ ਸੱਚੇ ਦਾ ਇਹ ਨਹੀਂ ਹੋਣਾ ਕਿ ਸਾਨੂੰ ਪੁੱਛਿਆ ਜਾਏ ਕਿ ਤੂੰ ਸੱਚਾ ਹੈ ਕਿ ਤੂੰ ਝੂਠਾ ਹੈ, ਕਿਉਂਕਿ ਇੱਥੇ ਤੇ ਅਸੀਂ ਸਾਰੇ ਹੀ ਕਹਿੰਦੇ ਹਾਂ ਜੀ ਮੈਂ ਸੱਚਾ ਹਾਂ। ਹਰ ਬੰਦਾ ਕਹਿੰਦਾ ਮੇਰੇ ਵਰਗਾ ਸੱਚਾ ਕੋਈ ਨਹੀਂ ਹੈ, ਪਰ ਉਹ ਮਾਲਕ ਜਾਣਦਾ ਹੈ ਕੌਣ ਸੱਚਾ ਤੇ ਕੌਣ ਕੱਚਾ। ਕੱਚ ਪਕਾਈ ਉੱਥੇ ਪਾਏ। ਮਹਾਰਾਜ ਕਹਿੰਦੇ ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੈ ਜਜਮਾਲਿਆ। ਥਾਉ ਨਾ ਪਾਇਨ ਕੂੜਿਆਰ, ਮੂੰਹ ਕਾਲੇ ਦੋਜਕ ਚਾਲਿਆ। ਕੁੜਿਆਰਾਂ ਨੂੰ ਰੱਬ ਦੀ ਦਰਗਾਹ 'ਚ ਥਾਂ ਨਹੀਂ ਮਿਲਦੀ ਹੈ, ਕਾਲੇ ਮੂੰਹ ਕਰ ਉਹਨਾਂ ਨੂੰ ਕੱਢ ਦਿੱਤਾ ਜਾਂਦਾ ਹੈ। ਤੇਰੇ ਨਾਏ ਰੱਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ। ਲਿਖ ਨਾਵੈ ਧਰਮ ਬਹਾਲਿਆ। ਇਹੀ ਗੱਲ ਕਬੀਰ ਸਾਹਿਬ ਨੇ ਕਹੀ ਸੀ, ਪੰਡਿਆ ਕਵਨ ਕੁਮਤ ਤੁਮ ਲਾਗੇ, ਬੂਢੋਗੇ ਪਰਿਵਾਰ ਸਕਲ ਸਿਉ ਰਾਮ ਨਾ ਜਪੋ ਅਭਾਗੇ। ਧਰਮ ਦੇ ਨਾਂ 'ਤੇ ਦਿਨ ਰਾਤ ਲੁੱਟਾਂ ਕਸੁੱਟਾਂ ਕਰ ਰਹੇ ਜੇ, ਰੱਬ ਦਾ ਨਾਮ ਤੇ ਧਿਆਉਂਦੇ ਨਹੀਂ ਜੇ, ਪਰ ਰੱਬ ਦੇ ਨਾਂ 'ਤੇ ਜ਼ੁਲਮ ਕਰ ਰਹੇ ਹੋ। ਆਪ ਵੀ ਡੁੱਬੋਗੇ, ਆਪਣੇ ਪਰਿਵਾਰ ਨੂੰ ਵੀ ਡੁੱਬੋਗੇ। ਇਹੀ ਗੱਲ ਕਬੀਰ ਸਾਹਿਬ ਹਾਜੀ ਕਾਜੀ ਨੂੰ ਕਹਿੰਦੇ ਹਨ ਕਿ ਜਿਹੜਾ ਤੂੰ ਜੀਵਾਂ 'ਤੇ ਜ਼ੁਲਮ ਕਰਦਾ ਹੈ ਤੇ ਕਹਿਤਾ ਨਾਉ ਹਲਾਲ, ਕਹਿੰਦਾ ਮੈਂ ਧਰਮ ਕਰ ਰਿਹਾ ਹਾਂ। ਚੇਤੇ ਰੱਖੀ ਅੱਜ ਤੇ ਬੇਸ਼ੱਕ ਸੰਸਾਰ ਸਾਹਮਣੇ ਤੂੰ ਜਿੰਨਾ ਮਰਜ਼ੀ ਭਰਮ ਜਾਲ ਬਣਾ ਕੇ ਆਪਣੀਆਂ ਮਨਮਾਨੀਆਂ ਕਰਦਾ ਰਹਿ ਧਰਮ ਦਾ ਪਰਦਾ ਦੇ ਕੇ, ਪਰ ਜਦੋਂ ਰੱਬ ਦੇ ਘਰ ਲੇਖਾ ਦੇਣ ਦਾ ਵਕਤ ਆਉਣਾ ਹੈ ਨਾ, ਫਿਰ ਪਤਾ ਲੱਗਣਾ ਕੀ ਧਰਮ ਤੇ ਕੀ ਪਾਪ ਹੈ। ਸੋ ਇਹਨਾਂ ਬਚਨਾਂ ਦੇ ਰਾਹੀਂ ਕਬੀਰ ਸਾਹਿਬ ਜੀ ਦਾ ਸਾਨੂੰ ਸਮਝਾਉਣ ਦਾ ਮੰਤਵ ਇਹੀ ਹੈ ਕਿ ਅਸੀਂ ਐਵੇਂ ਧਰਮ ਦਾ ਨਾਂ ਲੈ ਕੇ ਪਾਪ ਗੁਨਾਹ ਅਵਗੁਣ ਨਹੀਂ ਕਮਾਉਣੇ ਹਨ, ਬਲਕਿ ਸੱਚੇ ਸੁੱਚੇ ਨੇਕ ਧਰਮੀ ਤੇ ਜੋ ਧਰਮ ਦੇ ਮੁੱਢਲੇ ਬੇਸਿਕ ਅਸੂਲ ਤੇ ਉਪਦੇਸ਼ ਹਨ ਉਹਨਾਂ ਨੂੰ ਆਪਣੀ ਜ਼ਿੰਦਗੀ 'ਚ ਜੀਵਨ 'ਚ ਧਾਰਨ ਵੀ ਕਰਨਾ ਹੈ, ਕਮਾਉਣਾ ਹੈ। ਕੇਵਲ ਬਾਹਰ ਦੇ ਸੁਣਨ ਤੱਕ ਵੀ ਸੀਮਤ ਨਹੀਂ ਰਹਿਣਾ। ਜੋ ਸੁਣ ਰਹੇ ਹਾਂ ਉਹਨੂੰ ਆਪਣੇ ਜੀਵਨ ਦੇ ਅੰਦਰ ਕਮਾਉਣਾ ਹੈ। ਸੁਣ ਉਪਦੇਸ਼ ਹਿਰਦੇ ਬਸਾਵੋ, ਮਨ ਇੱਛੇ ਨਾਨਕ ਫਲ ਪਾਵੋ। ਗੁਰੂ ਕਿਰਪਾ ਕਰੇ, ਗੁਰੂ ਦੀਆਂ ਖੁਸ਼ੀਆਂ ਮਿਲਣ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।